ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਰੱਖਾਂ, ਅੱਜ ਮੈਂ ਪਟਿਆਲੇ ਦੀ ਜੇਲ੍ਹ 'ਚੋਂ ਅੱਜ ਹੀ ਰਿਹਾ ਹੋਇਆ ਵਾਂ। ਫਤਿਹਗੜ੍ਹ ਸਾਹਿਬ ਜਿਹੜਾ ਭੋਰਾ ਸਾਹਿਬ ਸਾਡਾ ਬਹੁਤ ਸਾਹਿਬਜ਼ਾਦਿਆਂ ਦਾ ਇਤਿਹਾਸਿਕ ਸਥਾਨ ਹੈ, ਉੱਥੇ ਮੱਥਾ ਟੇਕ ਕੇ ਉਸ ਵਾਹਿਗੁਰੂ ਪਰਮਾਤਮਾ ਕੋਲੋਂ ਸ਼ਕਤੀ ਮੰਗੀ ਆ ਕਿ ਆ ਜੋ ਕੁਝ ਚੱਲ ਰਿਹਾ ਇਹਦੇ 'ਚ ਇਸ ਸਿਸਟਮ ਨਾਲ ਲੜ ਸਕੀਏ। ਮੇਰੇ ਨਾਲ ਮੇਰੇ ਲੈਫਟ ਤੇ ਹੈਗੇ ਨੇ ਸਤਬੀਰ ਸਿੰਘ ਵਾਲੀਆ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਰਹੇ ਨੇ, ਐਡਵੋਕੇਟ ਨੇ ਹਾਈ ਕੋਰਟ ਦੇ। ਸਰਦਾਰ ਈਸ਼ਰ ਸਿੰਘ ਜੀ, ਹਰਿੰਦਰ ਸਿੰਘ ਈਸ਼ਰ ਐਡਵੋਕੇਟ ਹਾਈ ਕੋਰਟ, ਜਿਹੜੇ ਕਿ ਮੇਰੇ ਕੇਸ ਨੂੰ ਮੋਹਾਲੀ ਦੀ ਸਪੈਸ਼ਲ ਜਿਹੜੀ PMLA ਕੋਰਟ ਹੈ ਉਹਦੇ 'ਚ ਲੜਦੇ ਵੀ ਨੇ। ਮੈਂ ਇਹਨਾਂ ਦਾ ਵੀ ਬਹੁਤ ਸ਼ੁਕਰੀਆ ਅਦਾ ਕਰਦਾ। ਐਂਡ ਲੈਟ ਮੀ ਟੈਲ ਯੂ, ਇਹ ਉਹ ਲੋਕ ਨੇ ਜਿਹੜੇ ਬਿਨਾਂ ਕਿਸੇ ਮੇਰੇ ਕੋਲੋਂ ਕੋਈ ਫੀਸ ਲਿਆ, ਬਿਨਾਂ ਕੋਈ ਮੇਰੇ ਕੋਲ ਆਰਥਿਕ ਮਦਦ ਲਿਆ, ਇਹ ਬਾਹਰ ਬੈਠੇ ਮੇਰੇ ਲੜਦੇ ਨੇ ਕੇਸ। ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ। ਦੇਖੋ, ਗੱਲ ਇਹ ਆ ਕਿ ਮੈਨੂੰ ਜੇਲ੍ਹ ਜਾਣ ਦਾ ਕੋਈ ਮਲਾਲ ਨਹੀਂ ਗਾ। ਜੇਲ੍ਹਾਂ ਬਣੀਆਂ ਨੇ ਬੰਦਿਆਂ ਵਾਸਤੇ, ਜਾਨਵਰਾਂ ਵਾਸਤੇ ਨਹੀਂ ਬਣੀਆਂ। ਮੈਨੂੰ ਕੋਈ ਇੱਕ ਨਵੇਂ ਪੈਸੇ ਦਾ ਦੁੱਖ ਨਹੀਂ ਗਾ। ਜੇ ਮੈਂ ਉਹਦਾ ਪੋਜ਼ੀਟਿਵ ਐਸਪੈਕਟ ਗਿਣਾਵਾਂ ਤਾਂ ਆਈ ਹੈਵ ਕਮ ਆਊਟ ਐਜ਼ ਅ ਸਟਰੋਂਗਰ ਪਰਸਨ। ਮੈਨੂੰ ਇਸ 78 ਦਿਨ ਵਿੱਚ ਆਪਣੀ ਸੈਲਫ ਇੰਟਰੋਸਪੈਕਸ਼ਨ ਕਰਨ ਦਾ ਮੌਕਾ ਮਿਲਿਆ ਆਪਣੇ ਬਾਰੇ। ਆਪਾਂ ਜ਼ਿੰਦਗੀ 'ਚ ਨਾ, ਤੁਸੀਂ ਸਾਰੇ ਵੀ ਆਪਣੇ ਆਪਣੇ ਕਰੀ ਝਾਤ ਮਾਰ ਕੇ ਦੇਖੋ, ਆਪਾਂ ਬਹੁਤ ਭੱਜ ਰਹੇ ਹਾਂ। ਕੁਛ ਲੋਕ ਬਿਲਕੁਲ ਮੀਨਿੰਗਲੈਸ ਭੱਜ ਰਹੇ ਨੇ। ਸੋ ਇਹ ਅੱਜ ਦੀ ਇਸ ਦੌੜ 'ਚੋਂ ਥੋੜ੍ਹਾ ਜ਼ਿੰਦਗੀ ਦੀ ਰਫ਼ਤਾਰ ਨੂੰ ਇੱਕਦਮ ਸਲੋ ਕਰਕੇ, ਹੌਲੀ ਕਰਕੇ ਆਪਣੇ ਆਪ ਨੂੰ, ਜੋ ਮੈਂ ਉਹਦੇ 'ਚ ਇੰਪਰੂਵਮੈਂਟ ਕਰਨ ਦਾ ਉਪਰਾਲਾ ਕੀਤਾ, ਬੋਥ ਮੈਂਟਲ ਐਜ਼ ਵੈਲ ਐਜ਼ ਫਿਜ਼ੀਕਲ, ਉਹ ਮੈਂ ਇਹ ਸਮਝਦਾ ਕਿ ਮੈਨੂੰ ਮੌਕਾ ਮਿਲਿਆ, ਮੈਂ ਕੀਤਾ। ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਮੈਂ ਤਾਂ ਚਲੋ ਆਪਣੀ ਬੇਗੁਨਾਹੀ ਦੀ ਗੱਲ ਕਹਿਣੀ ਹੈ ਤੁਹਾਡੇ ਸਾਹਮਣੇ, ਤੱਥਾਂ ਦੇ ਆਧਾਰ 'ਤੇ ਬਹੁਤ ਲੋਕ ਬੇਗੁਨਾਹ ਬੈਠੇ ਨੇ ਜੇਲ੍ਹਾਂ ਦੇ ਵਿੱਚ। ਇਨਫੈਕਟ ਯੂ ਵਿਲ ਬੀ ਸਰਪ੍ਰਾਈਜ਼ਡ, ਇੰਨੇ ਪਹਿਲੀ ਗੱਲ ਤਾਂ 90% ਗਰੀਬ ਗੁਰਬੇ ਬੈਠੇ ਨੇ, ਉੱਥੇ ਕੋਈ ਅਮੀਰ ਆਦਮੀ ਤਾਂ ਹੈ ਹੀ ਨਹੀਂ ਜੇਲ੍ਹਾਂ ਦੇ ਵਿੱਚ। ਪਟਿਆਲਾ ਜੇਲ੍ਹ 'ਚ 2100 ਵਿਅਕਤੀ ਨਜ਼ਰਬੰਦ ਆ। ਮੇਰਾ ਖਿਆਲ ਉਹਦੇ 'ਚ 2000 ਤੋਂ ਉੱਤੇ ਆਦਮੀ ਜਿਹੜਾ ਵਾ ਅਤ ਗਰੀਬ ਆਦਮੀ ਆ। ਔਰ ਉਹ ਜਿਹੜੇ ਗਰੀਬ ਨੇ, ਇੰਨੇ ਗਰੀਬ ਨੇ, ਕਈਆਂ ਦੀਆਂ ਜ਼ਮਾਨਤਾਂ ਹੋਈਆਂ ਪਈਆਂ ਨੇ, ਬਟ ਦੇ ਆਰ ਸੋ ਡਿਫੈਂਸਲੈਸ ਕਿ ਉਹਨਾਂ ਦੇ ਕੋਲ ਆਪਣੀ ਸ਼ੋਰਿਟੀ ਬੌਂਡਸ ਭਰਨ ਦਾ ਪ੍ਰਬੰਧ ਨਹੀਂ ਗਾ। ਉਹਨਾਂ ਕੋਲ ਕੋਈ ਜਾਇਦਾਦ ਨਹੀਂ, ਕੋਈ ਮਕਾਨ ਨਹੀਂ, ਕੋਈ ਗੱਡੀ ਨਹੀਂ ਗੀ। ਔਰ ਇੱਕ ਬੜਾ ਸਿਸਟਮ ਮੈਂ ਦੇਖਿਆ ਕਿ ਆਪਣੀ ਸ਼ੋਰਿਟੀ ਬੌਂਡਸ ਭਰਨ ਲਈ ਤੁਹਾਨੂੰ ਫਰਦਾ ਮੁੱਲ ਲੈਣੀਆਂ ਪੈਂਦੀਆਂ ਨੇ। ਫਰਜ਼ ਕਰੋ ਕੋਰਟ ਨੇ ਕਹਿਤਾ ਕਿ 1 ਲੱਖ ਰੁਪਏ ਦਾ ਸ਼ੋਰਿਟੀ ਬੌਂਡ ਭਰ, 1 ਲੱਖ ਰੁਪਏ ਦੀ ਫਰਦ ਜਿਹੜੀ ਆ ਉਹ 25000 ਰੁਪਏ ਨੂੰ ਮਾਰਕੀਟ ਦੇ ਵਿੱਚ ਮਿਲਦੀ ਹੈ। ਸੋ ਵਾਟ ਆਰ ਦਾ ਕੋਰਟਸ ਡੂਇੰਗ? ਤੁਸੀਂ ਤਾਂ ਇਹਦਾ ਮਤਲਬ ਤੁਸੀਂ ਆ ਜਿਹੜਾ ਟਾਊਟਪੁਣਾ ਵਾ, ਇਸ ਨੂੰ ਪ੍ਰਮੋਟ ਕਰ ਰਹੇ ਹੋ। ਔਰ ਮੈਂ ਕੁਝ ਬੰਦਿਆਂ ਦੀ, ਵਿਅਕਤੀਆਂ ਦੀ ਮਦਦ ਕੀਤੀ ਜੇਲ੍ਹ 'ਚ ਬੈਠ ਕੇ ਵੀ, ਪਰ ਬਹੁਤ ਵੱਡੇ ਪੱਧਰ 'ਤੇ ਲੋਕ ਬੇਗੁਨਾਹ ਬੈਠੇ ਜੇਲ੍ਹਾਂ ਦੇ ਵਿੱਚ ਨੇ। ਇਸ ਲਈ ਮੇਰਾ ਔਰ ਜਿਹਨਾਂ ਲੋਕਾਂ ਨੇ ਮੇਰੇ ਖਿਲਾਫ ਸਾਜ਼ਿਸ਼ ਕੀਤੀ, ਜੇ ਉਹ ਸਮਝਦੇ ਕਿ ਮੈਨੂੰ ਕੋਈ ਨੁਕਸਾਨ ਹੋਇਆ, ਉਹ ਗਲਤਫਹਿਮੀ ਦਾ ਸ਼ਿਕਾਰ ਹੈ। ਉਸ ਕੁਦਰਤ ਬਹੁਤ ਬੇਅੰਤ ਹੈ, ਉਸ ਕੁਦਰਤ ਦੀ ਮਿਹਰਬਾਨੀ ਨਾਲ, ਵਾਹਿਗੁਰੂ ਪਰਮਾਤਮਾ, ਈਸ਼ਵਰ, ਅੱਲਾ, ਗੋਡ ਦੀ ਕਿਰਪਾ ਦੇ ਨਾਲ ਮੈਨੂੰ ਲੋਕਾਂ ਨੇ, ਮੇਰੀ ਲੋਕਪ੍ਰਿਯਤਾ ਵਧਾਈ ਆ। ਇਹਦਾ ਜਿਹੜਾ ਪੈਮਾਨਾ ਕਿੱਥੋਂ ਤੁਸੀਂ ਗੇਜ ਕਰ ਸਕਦੇ ਕਿ ਕਾਂਗਰਸ ਵਰਗੀ ਇੱਕ ਵਿਸ਼ਾਲ ਪਾਰਟੀ ਨੇ ਮੈਨੂੰ ਜੇਲ੍ਹ 'ਚ ਅੰਦਰ ਬੈਠਿਆ ਨੋਮੀਨੇਟ ਕਰਤਾ ਐਜ਼ ਅ ਕਾਂਗਰਸ ਕੈਂਡੀਡੇਟ। ਕਰਦੇ ਨਹੀਂ ਕਿ ਬਾਹਰ ਦੇਖ ਲਓ ਜਾ ਕੇ ਦਿੱਲੀ, ਅੱਜ ਵੀ ਲੋਕ ਦਿੱਲੀ ਡੇਰੇ ਲਾ ਕੇ ਬੈਠੇ ਨੇ। ਮੈਂ ਪਟਿਆਲੇ ਜੇਲ੍ਹ 'ਚ ਬੈਠਾ ਸੀਗਾ, ਬਟ ਬਿਕੋਜ਼ ਆਫ ਜਿਹੜਾ ਇਹ ਗ੍ਰੋਸ ਵਿਕਟਮਾਈਜੇਸ਼ਨ ਹੋਈ ਮੇਰੇ ਨਾਲ, ਇਹਦੇ ਨਾਲ ਪਬਲਿਕ ਸਿੰਪਥੀ ਜਿਹੜੀ ਜਨਰੇਟ ਹੋਈ ਔਰ ਲੋਕਾਂ ਨੇ ਮੇਰਾ ਸਾਥ ਦਿੱਤਾ। ਵਰਲਡ ਵਾਈਡ ਪੰਜਾਬੀਆਂ ਨੇ ਅਰਦਾਸ ਕੀਤੀ ਤੇ ਅੱਜ ਮੈਂ ਤੁਹਾਡੇ ਸਾਹਮਣੇ ਮੈਂ ਕੋਈ ਹੰਕਾਰ ਨਾ ਸਮਝੋ, ਪਰ ਮੈਂ ਮਜ਼ਬੂਤ ਇਰਾਦੇ ਨਾਲ ਜੇਲ੍ਹ ਤੋਂ ਬਾਹਰ ਤੁਹਾਡੇ ਕੋਲ ਇੱਥੇ ਸਾਹਮਣੇ ਬੈਠਾ। ਥੋੜ੍ਹੇ ਤੱਥ ਮੈਂ ਸੰਖੇਪ, ਜੋ ਮੁਕੱਦਮਾ ਮੇਰੇ ਤੇ ED ਦਾ ਬਣਾਇਆ ਗਿਆ ਉਹਦੇ ਬਾਰੇ ਗੱਲ ਕਰਨੀ। ਪਹਿਲੀ ਗੱਲ ਤਾਂ ਦੋਸਤੋ, ਤੁਸੀਂ ਇੱਕ ਵਾਰੀ ਨਿਗਾਹ ਮਾਰ ਕੇ ਦੇਖੋ, ਜਿਨ੍ਹਾਂ ਲੋਕਾਂ ਦੇ ਇਨਕਮ ਟੈਕਸ ਦੇ ਰੇਡ ਹੁੰਦੇ ਨੇ, CBI ਦਾ ਰੇਡ ਹੁੰਦਾ, ED ਦਾ ਮੁਕੱਦਮਾ ਹੁੰਦਾ, ਉਹ ਬਾਹਰ ਆਣ ਕੇ ਬੋਲਦੇ ਹੀ ਕੁਛ ਨਹੀਂ ਗੇ। ਬਿਕੋਜ਼ ਕਿਤੇ ਨਾ ਕਿਤੇ ਉਹ ਜਿਹੜੇ ਹੁੰਦੇ ਨੇ ਉਹਨਾਂ 'ਚ ਕੋਈ ਨਾ ਕੋਈ ਨੁਕਸ ਹੁੰਦਾ। ਮੈਂ ਜਿੱਦਣ ਮੇਰੇ ਰੇਡ ਹੋਇਆ ਸੀ, ਇੱਥੇ ਗੇਟ 'ਤੇ ਤੁਸੀਂ ਸਾਰੇ ਸੀਗੇ, 9 ਮਾਰਚ 2021, ਮੈਂ ਗੇਟ 'ਤੇ ਮੋਹਰੇ ਆਣ ਕੇ ਸਾਰੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ। ਹਾਲਾਂਕਿ ED ਦੀ ਟੀਮ ਅੰਦਰ ਬੈਠੀ ਸੀਗੀ, ਉਹ ਇੰਨਾ ਹੀ ਬੜਾ ਮੇਰੇ ਕਾਫੀ ਸੀਗਾ ਕਿ ਮੇਰੇ ਤੇ ਪ੍ਰਭਾਵ ਹੋਣਾ ਚਾਹੀਦਾ ਸੀ ਕਿ ED ਬੈਠੀ ਆ ਤੇ ਮੈਂ ਬਾਹਰ ਜਾ ਕੇ ਮੀਡੀਆ ਦੇ ਨਾਲ ਗੱਲ ਨਾ ਕਰਾਂ, ਮੈਨੂੰ ਅਰੈਸਟ ਨਾ ਕਰ। ਉਦੋਂ ਵੀ ਅਰੈਸਟ ਕਰ ਸਕਦੇ ਸੀਗੇ, ਬਟ ਬਿਕੋਜ਼ ਆਈ ਐਮ ਕੰਪਲੀਟਲੀ ਇਨੋਸੈਂਟ। ਮੈਂ ਸਾਰੀ ਜ਼ਿੰਦਗੀ 'ਚ 100 ਗਲਤ ਕੰਮ ਕੀਤੇ ਹੋਣਗੇ, 100 ਗਲਤ ਫੈਸਲੇ ਲਏ ਹੋਣਗੇ, ਸੌਰੀ, ਮੈਂ ਪੋਲੀਟੀਕਲੀ ਵਾਈਜ਼ ਨਹੀਂਗਾ ਬੰਦਾ। ਆਈ ਐਮ ਅ ਮੋਰ ਆਫ ਅ ਲੈਟਸ ਸੇ ਇਮੋਸ਼ਨਲ ਪਰਸਨ, ਬਟ ਮੈਂ ਕਦੀ ਜ਼ਿੰਦਗੀ 'ਚ ਬੇਈਮਾਨੀ ਨਹੀਂ ਕਦੀ ਕੀਤੀ, ਨਾ ਆਪਣੇ ਇਲਾਕੇ ਦੇ ਬੰਦਿਆਂ ਨਾਲ ਕਦੀ ਕੀਤੀ ਹੈ, ਨਾ ਆਪਣੇ ਸੂਬੇ ਦੇ ਨਾਲ ਕਦੀ ਕੀਤੀ ਹੈ।
इस करके मैनू दुख होया इस गल का कि मैं बेगुनाह अंदर जिहड़ा बैठा 78 दिन, उस गल का मैनू दुख जिहड़ा हैगा जरूर होया। और जिन्हां लोकां ने कराया मेरे ते, मैं उन्हां दा भी बुरा नहीं मंगदा, रब उन्हां दा भी भला करे। पर मैं अपनी बेगुनाही का सबूत तुहाडी अदालत विच, लोकां दी अदालत विच रखण जा रहा। तुहानूं याद होवेगा जिद्दन 9 मार्च नूं मेरे इत्थे रेड होया, ईडी ने एक बड़ी शरारत भरपूर ईमेल की सी कि खैरा एक इंटरनेशनल ड्रग रैकेट का किंग पिन है। वो शब्द जिहड़ा ड्रग रैकेट का किंग पिन है वो इस चलान विच किते नहीं गा मेरे वीरो। आ चलान पेश होया 7 मार्च नूं, इहदे च किते नहीं लिखिया उन्होंने कि ड्रग रैकेट का किंग पिन खैरा वा, नंबर 1। नंबर 2, इन्होंने कहा जी ये को फेक पासपोर्ट्स ने। तुहानूं याद होगा सारिਆਂ ਨੂੰ चंगी तरह, कोई फेक पासपोर्ट ना मेरे को लभा, ना चलान दे विच हैगा। फेक करंसी का इल्ज़ाम लाया, ना फेक करंसी कोई लभी, ना वो चलान का हिस्सा वा। मेरे को जूलरी का इल्ज़ाम लाया कि जी बच्चों के शादियां ते बड़ा नहीं कित्थे कित्थे डिज़ाइनर को लैके आए, ना मेरे को कोई जूलरी लभी तो ना वो चलान का कोई हिस्सा वा। ये सारा कुछ चलान दे विच। और जो मैनू अरेस्ट किया, एक इन्होंने पहला वड्डा इल्ज़ाम लाया कि जी खैरा मिस्टर सुखपाल खैरा इवेसिव सी, नॉन कोऑपरेटिव सी। मैं उन्होंने ईडी नूं भी कहा तो जज साहब नूं भी कहा, मैं आप ही बोल पिया उत्थे अदालत में, शायद तुहाडे चों कुछ सीगे बंदे उत्थे। मैं कहा जी इन्होंने पुछो 9 मार्च तो बाद तो 11 नवंबर नूं मैनूं अरेस्ट किया, 10 वार मैं दिल्ली गया इन्हां दे कहण दे उत्ते। सारा दिन इन्हां दी कस्टडी विच रह के मैं इन्हां दे सवालों के जवाब दिते। और जो इन्हां दे जवाब काम रह जाता सी, मैं आप वॉलंटियर किया कि जिहड़ा इन्वेस्टिगेटिंग ऑफिसर सीगा, मैं कहा तुहाडा काम नहीं मुक्या, कहंदा नहीं अज दा नहीं मुक्या। मैं कहा मैं कल फिर रुक जाना वा। मैं आप रुक के अगले दिन भी उत्थे ईडी के दफ्तर जाके इन्हों बयान दिते। और जिदन इत्थे अरेस्ट मैनूं किया 12वें दिन 12 वारी हो गया सीगा, 88 घंटे मैं ईडी के नाल इन्हां दी क्वेश्चनिंग की सीगी ते इन्हां नूं मेरे खिलाफ कुछ नहीं लभ्या। और जे मैनूं इन्हां ने अरेस्ट करना सीगा, अगर मैं गुनाहगार सीगा तो 88 घंटे मैनूं क्यों क्वेश्चनिंग करते रहे ने, दिल्ली बुलाते रहे ने, उदों भी कर सकते सीगे। बट द मोटिव ऑफ द ईडी बेसिकली प्राइमरीली वॉज टू गैग माई वॉइस, टू इंटिमिडेट मी, टू आर्म ट्विस्ट मी और सबक सिखाउण की नीति के नाल बदलाखोरी ते उतरिया होया सी बीजेपी की सरकार। और ईडी उन्हां दा हथ कंडा है। बदलाखोरी मैं जो कहना, तुसीं कहो जी सारे ही कहंदे ने जी। हाँ, अगर देश पद्धर ते देखिए तो सारियां ओपोजिशन पार्टीज़ का बदलाखोरी कहना वाजिब है। वो इस करके वाजिब है कि 2014 च प्राइम मिनिस्टर बने ने मोदी साहब, तो 8 सालों किसी एक बीजेपी के बंदे खिलाफ कोई ना कोई इन्वेस्टिगेशन हुई है, ना कोई केस चलाया वा, ना किसी को गिरफ्तार किया। इसका मतलब सब तो वड्डी कारोबारियां की पार्टी बीजेपी ने कोई जुर्म नहीं किया। पिछले 140 करोड़ की आबादी में किसी बीजेपी के लीडर ने, वर्कर ने, आगू ने कोई जुर्म नहीं किया जिहदे ईडी ते CBI ते इनकम टैक्स की छापेमारी की लोड़ सी। और इन्होंने जो छापेमारी की है केवल चुन चुन के पोलिटिकल ओपोनेंट्स, स्टार्ट फ्रॉम जम्मू कश्मीर, मुफ्ती मुहम्मद महबूबा मुफ्ती मुहम्मद सईद की लड़की मुफ्ती जी चीफ मिनिस्टर सी, वो ईडी का मुकदमा चल रहा महबूबा के खिलाफ। पंजाब के आ जाओ, तुसीं मेरे ते चलाया वा, मेरे तो पहला कैप्टन अमरिंदर सिंह ते भी चलाया होया सीगा। अगे चल जाओ, तुसीं हुड्डा साहब नूं टारगेट किया होया वा। अगे चल जाओ, चिदंबरम नूं, एक होम मिनिस्टर नूं कंधा टप के उहदे घरों चक के उन्होंने अरेस्ट कर दिता। फाइनैंस मिनिस्टर नूं उन्होंने टारगेट किया होया। अगे कर्नाटका चल जाओ, बिकॉज गवर्नमेंट तोड़ी सी बीजेपी की, DK शिव कुमार जिहड़ा उत्थे मिनिस्टर सीगा, अज कांग्रेस का प्रेजिडेंट आ, उन्होंने अरेस्ट कर लिया इन्होंने। महाराष्ट्र में इलैक्शन आई तो अनिल देशमुख नूं चक लिया उत्थे। वैस्ट बंगाल में इलैक्शन होंदे TMC के लीडर चक लेंदे ने। हुण UP की इलैक्शन चल रही है तो समाजवादी पार्टी नूं टारगेट किया जा रहा। इत्थों एक गल स्पष्ट होंदी है that BJP is misusing these agencies to their political advantage and indulging in extreme political vendetta, witch hunt and character assassination. ਹੁਣ ਤੁਸੀਂ ਕਹੋਗੇ मैं तो कोई एडा वड्डा लीडर नहीं, मेरे के खिलाफ कोई ईडी करनी सी। मेरे खिलाफ ईडी की एक साजिश बुनी गई है, ਉਹਦੇ 'ਚ 3 ਧਿਰਾਂ ਇਨਵੋਲਵਡ ਨੇ। BJP ਇਸ ਲਈ ਇਨਵੋਲਵਡ ਹੈ ਕਿਉਂਕਿ ਮੈਂ ਯੂਆਪਾ ਦਾ ਬਹੁਤ ਵੱਡਾ ਵਿਰੋਧ ਕੀਤਾ ਪੰਜਾਬ ਦੇ ਵਿੱਚ, ਐਂਡ ਇਟ ਪੇਨਸ them. When I was speaking against UAPA, I was speaking against wrongful investigations by NIA. It was paining them. When I was saying कि अजीत डोवाल ने प्राइम मिनिस्टर के एडवाइज़र ने
ਪੰਜਾਬ ਦੇ ਵਿੱਚ ਡੀਜੀਪੀ ਜਿਹੜਾ ਦਿਨਕਰ ਗੁਪਤਾ ਆਪਣੀ ਮਰਜ਼ੀ ਨਾਲ ਆਇਆ ਵਾ, ਹੋਮ ਡਿਪਾਰਟਮੈਂਟ ਬੀਜੇਪੀ ਨੇ ਹਾਈਜੈਕ ਕਰ ਲਿਆ ਪੰਜਾਬ ਦਾ। ਇਟ ਵਾਸ ਪੇਨਿੰਗ ਦੇਮ। ਫਾਰਮਰਸ ਐਜੀਟੇਸ਼ਨ ਆਈ, ਸਭ ਨੇ ਰੋਲ ਅਦਾ ਕੀਤਾ, ਲੇਕਿਨ ਮੈਂ ਮੋਹਰੇ ਲੱਗ ਕੇ ਫਾਰਮਰਸ ਐਜੀਟੇਸ਼ਨ ਤਿੰਨੇ ਕਾਲੇ ਕਾਨੂੰਨਾਂ ਦਾ ਡਟ ਕੇ ਵਿਰੋਧ ਕੀਤਾ। ਇਹ ਪਸੰਦ ਨਹੀਂ ਹੈ ਉਹਨਾਂ ਨੂੰ, ਕੋਈ ਵੀ ਬੰਦਾ ਬੋਲਦਾ ਉਹਨਾਂ ਨੂੰ ਪਸੰਦ ਨਹੀਂ ਗਾ। ਨਵਰੀਤ ਡਿਬਡਿਬਾ ਟਰੈਕਟਰ ਪਰੇਡ ਵਾਲੇ ਦਿਨ ਮਾਰਿਆ ਗਿਆ 26 ਜਨਵਰੀ 'ਚ, ਥੋੜ੍ਹੇ ਬੰਦਿਆਂ ਨੇ ਆਵਾਜ਼ ਉਠਾਈ, ਉਹਦੇ ਸਭ ਤੋਂ ਜ਼ਿਆਦਾ ਆਵਾਜ਼ ਰੁਦਰਪੁਰ ਜਾ ਕੇ ਉਹਦੇ ਭੋਗ ਤੇ ਵੀ ਗਿਆ, ਉਹਦੇ ਪਰਿਵਾਰ ਨੂੰ ਨਾਲ ਲਿਆ। ਹਰਦੀਪ ਸਿੰਘ ਨੂੰ ਚੱਕ ਕੇ ਤੇ ਦਿੱਲੀ ਦੇ ਹਾਈ ਕੋਰਟ ਵਿੱਚ ਜਾ ਕੇ ਮੈਂ ਪਟੀਸ਼ਨ ਪਾਈ, ਜਿਹੜੀ ਉਹਦੀ ਟਰੈਕਟਰ ਪਰੇਡ ਦੀ ਉਹਦੀ ਜਿਹੜੀ ਮੌਤ ਹੋਈ ਹੈ ਗੋਲੀ ਦੇ ਨਾਲ, ਉਹਦੀ ਇਨਕੁਆਇਰੀ ਲਗਵਾਈ ਹੋਈ ਆ। ਸੋ ਆਲ ਦਿਸ ਪੇਨਡ ਬੀਜੇਪੀ ਟੂ ਗਿਵ them ਅ ਗਰਾਊਂਡ, ਔਰ ਗਰਾਊਂਡ ਪ੍ਰੋਵਾਈਡ ਕੀਤਾ ਦੋ ਸਾਡੇ ਵਿਰੋਧੀਆਂ ਨੇ। ਇੱਕ ਪ੍ਰੋਵਾਈਡ ਕੀਤਾ ਰਾਣੇ ਗੁਰਜੀਤ ਨੇ, ਜਿਹੜਾ ਮੇਰੇ ਖਿਲਾਫ FIR ਸੀ ਨਾ, ਕਿਉਂਕਿ ਈਡੀ ਜਿਹੜੀ ਆ ਨਾ ਉਹ ਕੋਈ ਆਪ FIR ਦਰਜ ਨਹੀਂ ਕਰਦੀ, ਉਹ ਕਿਸੇ FIR ਨੂੰ ਚੱਕ ਕੇ ਇਨਵੈਸਟੀਗੇਟ ਕਰਦੀ ਆ। ਮੇਰੇ ਖਿਲਾਫ 2017 'ਚ ਜਿਹੜਾ ਬੇਬੁਨਿਆਦ ਕੋਰਟ 'ਚੋਂ ਸਮਨ ਕਰਾਏ ਸੀਗੇ ਪੁਲਿਸ ਵਾਲਿਆਂ ਨੂੰ ਰੀਕਾਲ ਕਰਾ ਕੇ, FIR ਨੰਬਰ 35 NDPS ਦਾ ਐਕਟ, ਉਹ ਮੇਰੇ ਖਿਲਾਫ ਜਿਹੜਾ ਇਸ ਸ਼ਰਾਰਤੀ ਬੰਦੇ ਨੇ ਬਣਾਇਆ ਸੀ, ਕਿਉਂਕਿ ਮੈਂ ਇਹਨੂੰ ਰੇਤਾ ਖੱਡਾਂ ਦੇ ਉਸ ਜਿਹੜਾ ਸਕੈਂਡਲ ਸੀਗਾ ਉਹਦੇ 'ਚੋਂ ਬੇਨਕਾਬ ਕੀਤਾ ਸੀਗਾ। ਇਹਦਾ ਗੁਰਿੰਦਰ ਭਾਪੇ ਦਾ 5 ਕਰੋੜ ਬੇਨਕਾਬ ਕੀਤਾ ਸੀ। ਇਹਦਾ ਜਿਹੜਾ ਅਮਿਤ ਬਹਾਦਰ ਕੁੱਕ ਤੋਂ 5 ਕਰੋੜ ਰੁਪਇਆ ਜਮ੍ਹਾਂ ਕਰਾਇਆ ਇਹਨੇ ਬੇਨਾਮੀ, ਜਾਂ ਕਿੰਨੇ ਕਰੋੜ ਰੁਪਇਆ ਜਮ੍ਹਾਂ ਕਰਾਇਆ, ਉਹ ਬੇਨਕਾਬ ਕੀਤਾ ਸੀਗਾ। ਹੀ ਪਲੇਡ ਅ ਵੈਰੀ ਡਿਊਬੀਅਸ ਨੈਫਾਰੀਅਸ ਇਹ ਮਿਸਚੀਵੀਅਸ ਰੋਲ ਬਿਹਾਈਂਡ ਦ ਕਰਟਨ। ਮੋਰੇ ਆ ਕੇ ਲੜਨ ਜੋਗਾ ਨਹੀਂ, ਕਾਇਰ ਆਦਮੀ ਆ। ਦੂਸਰਾ ਰੋਲ ਅਦਾ ਕੀਤਾ ਇਹ ਜਿਹੜੀ ਝੂਠਿਆਂ ਦੀ ਪਾਰਟੀ ਆ ਕੇਜਰੀਵਾਲ ਦੀ। ਮੈਨੂੰ ਜਦੋਂ ਅਰੈਸਟ ਕੀਤਾ ਨਾ, ਮੇਰੇ ਤੇ ਮੇਨ ਗਰਾਊਂਡ ਆਫ ਅਰੈਸਟ, ਔਰ ਤੁਸੀਂ ਹੈਰਾਨ ਹੋਵੋਗੇ ਕਿ ਦੇਖੋ ਕਿੱਦਾਂ ਦੀ ਵਰਕਿੰਗ ਹੈ ਅੱਜ ਦੇ ਯੁੱਗ ਵਿੱਚ। ਗਰਾਊਂਡਸ ਆਫ ਅਰੈਸਟ ਸਿਰਫ ਤੁਹਾਨੂੰ ਕਹਿੰਦੇ ਜੀ ਪੜ੍ਹ ਲਓ, ਆਹ ਕਾਗਜ਼ ਮੈਨੂੰ ਦਿੱਤਾ ਉਹਨਾਂ ਦੇ ਕੋਲ ਆ, ਕਹਿੰਦੇ ਜੀ ਆਹ ਗਰਾਊਂਡਸ ਆਫ ਅਰੈਸਟ ਹੈ 4, ਪੜ੍ਹ ਲਓ, ਤੁਹਾਨੂੰ ਦੇਣੇ ਨਹੀਂਗੇ, ਕੋਰਟ ਨੂੰ ਵੀ ਨਹੀਂ ਦਿੱਤੇ। ਤੇ ਗਰਾਊਂਡਸ ਆਫ ਅਰੈਸਟ ਜਦੋਂ ਮੈਂ ਪੜ੍ਹੇ ਮੈਂ ਹੈਰਾਨ ਹੋ ਗਿਆ। ਉਹਦੇ ਪਹਿਲਾ ਗਰਾਊਂਡ ਆਫ ਅਰੈਸਟ ਸੀਗਾ ਕਿ ਕੇਜਰੀਵਾਲ ਦਾ ਜਿਹੜਾ ਸਕੱਤਰ ਆ ਪੰਜਾਬ ਪੰਕਜ ਗੁਪਤਾ, ਉਸ ਬੰਦੇ ਨੇ ਤੁਹਾਡੇ ਖਿਲਾਫ ਬਿਆਨ ਦਿੱਤਾ ਵਾ ਕਿ ਇਹਨੇ $1,19,000 ਜਿਹੜਾ ਵਿਦੇਸ਼ਾਂ ਤੋਂ ਇਕੱਠਾ ਹੋਇਆ ਉਹ ਸਾਡੀ ਪਾਰਟੀ ਦਾ ਨਹੀਂ ਸੀ, ਭੇਜਿਆ ਹੀ ਨਹੀਂ ਸੀਗਾ। ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਆ ਮੇਰੇ ਕੋਲ ਨਾ ਪੋਸਟਰ ਹੈ, ਦੇਖੋ ਜ਼ਰਾ, ਆ ਆਮ ਆਦਮੀ ਪਾਰਟੀ ਦਾ ਨਾ ਆਫੀਸ਼ੀਅਲ ਪੇਜ ਆ, ਜ਼ੂਮ ਕਰਕੇ ਦੇਖੋ ਜ਼ਰਾ ਚੰਗੀ ਤਰ੍ਹਾਂ ਨਾਲ। 2016 ਦੇ ਵਿੱਚ ਮੈਨੂੰ ਅਮਰੀਕਾ ਭੇਜਿਆ ਗਿਆ। ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਨੇ ਉੱਥੇ ਅਮਰੀਕਾ ਮੇਰੇ 16 ਸ਼ਹਿਰਾਂ ਦੇ ਵਿੱਚ, ਆਹ 16 ਸ਼ਹਿਰਾਂ ਦੇ ਨਾਮ ਹੈ, ਮੇਰੇ 16 ਸ਼ਹਿਰਾਂ ਦੇ ਵਿੱਚ ਪ੍ਰੋਗਰਾਮ ਰਖਾਏ ਨੇ, ਔਰ ਉਹ 16 ਸ਼ਹਿਰਾਂ ਦੀਆਂ ਮੀਟਿੰਗਾਂ ਦੇ ਪੋਸਟਰਸ ਨੇ। ਆਹ ਦੇਖਿਓ, ਆਹ ਮੈਂ ਆਪਣੀ ਇਕੱਲਾ ਮੀਟਿੰਗ ਕਰਨ ਨਹੀਂ ਗਿਆ ਸੀਗਾ ਉੱਥੇ, ਆਹ ਸਾਰੇ ਪੋਸਟਰਸ ਜਿਹੜੇ 16 ਸ਼ਹਿਰਾਂ ਦੇ ਵਿੱਚ ਮੀਟਿੰਗਾਂ ਕੀਤੀਆਂ, ਇੰਟਾਇਰ ਆਫ ਕੈਲੀਫੋਰਨੀਆ, ਸਾਰਾ ਜਿਹੜਾ ਇੰਡੀਆਨਾ ਸਟੇਟ, ਸ਼ਿਕਾਗੋ, ਔਰ ਸਾਰੇ ਮੇਰੇ ਖਿਆਲ ਹਿਊਸਟਨ ਕੀ ਤੇ ਡੈਲਸ ਕੀ, 16 ਸ਼ਹਿਰਾਂ ਦੇ ਵਿੱਚ ਮੇਰੇ ਕੋਲ ਮੀਟਿੰਗਾਂ ਕਰਾ ਕੇ ਇਹਨਾਂ ਦੇ ਪਿੱਛੇ ਬੈਨਰ ਲੱਗੇ ਹੋਏ ਨੇ। ਇਹਨਾਂ ਦੇ ਬੰਦੇ ਉੱਥੇ ਵੋਲੰਟੀਅਰ ਇੱਦਾਂ ਟੇਬਲ ਲਾਉਂਦੇ ਸੀ, ਸਾਈਡ ਤੇ ਪੈਸੇ ਕਲੈਕਟ ਕਰਦੇ ਸੀ, ਕਾਰਡ ਸਵਾਈਪ ਕਰਦੇ ਸੀਗੇ, ਡੈਬਿਟ ਕਾਰਡ ਸਵਾਈਪ ਕਰਦੇ ਸੀਗੇ, ਕ੍ਰੈਡਿਟ ਕਾਰਡ ਸਵਾਈਪ ਕਰਦੇ ਸੀਗੇ। ਉਹ ਪੈਸਾ ਇਕੱਠਾ ਕਰਕੇ ਕੇਜਰੀਵਾਲ ਦੀ ਪਾਰਟੀ 'ਚ ਗਿਆ ਵਾ, ਔਰ $1,19,000 ਨਹੀਂ ਗਾ, ਘੱਟੋ ਘੱਟ 2 ਕਰੋੜ ਰੁਪਇਆ ਲੈ ਕੇ ਗਏ ਉੱਥੇ NRIs ਤੋਂ ਇਕੱਠਾ ਕਰਕੇ ਮੇਰੀ ਮੋਟੀਵੇਸ਼ਨ ਦੇ ਉੱਤੇ। ਤੇ ਬਾਅਦ 'ਚ ਝੂਠਿਆਂ ਨੇ ਕਹਿ ਦਿੱਤਾ ਕਿ ਇਹਦੇ ਪੈਸਾ ਜਿਹੜਾ ਹੈਗਾ ਉਹ ਸਾਡਾ ਨਹੀਂ ਸੀਗਾ। ਤੇ ਮੈਂ ਤੁਹਾਨੂੰ ਈਡੀ ਨੂੰ ਪੁੱਛਿਆ, ਈਡੀ ਮੇਰਾ ਰਿਪਲਾਈ ਨਾ ਲਵੇ ਔਨ ਰਿਕਾਰਡ। ਮੈਂ ਅਲਟੀਮੇਟਲੀ ਕੁਛ ਮੇਰੇ ਕੋਲ ਹਾਲ ਨਹੀਂ ਸੀਗਾ, ਮੈਂ ਈਡੀ ਨੂੰ ਈਮੇਲ ਕਰਤਾ। ਜਿੱਦਣ ਮੈਨੂੰ ਅਰੈਸਟ ਕਰ ਰਹੇ ਸੀਗੇ ਮੈਂ ਬਹੁਤ ਕਿਹਾ ਉਹਨਾਂ ਨੂੰ, ਸਾਰਾ ਮੈਂ ਦਿਖਾਤੇ ਪੋਸਟਰ, ਫੇਸਬੁੱਕ ਕੱਢ ਕੇ ਦਿਖਾਤਾ ਉਹਨੂੰ, ਈਡੀ ਦੇ ਅਫਸਰਾਂ ਨੂੰ। ਮੈਂ ਕਿਹਾ ਤੁਸੀਂ ਮੈਨੂੰ ਕਹਿੰਦੇ ਗਰਾਊਂਡਸ ਆਫ ਅਰੈਸਟ ਹੈਗਾ ਆ ਪੈਸੇ, ਤੇ ਆਹ ਮੀਟਿੰਗਾਂ ਕੀਤੀਆਂ 16 ਸ਼ਹਿਰਾਂ 'ਚ, ਆਹ ਟੇਬਲ ਲੱਗੇ ਹੋਏ ਨੇ, ਆਹ ਬੰਦਿਆਂ ਦੇ ਨਾਮ ਨੇ, ਆਹ ਆਰਗੇਨਾਈਜ਼ਰਸ ਨੇ ਅਮਰੀਕਾ ਦੇ, ਆਹ ਕੇਜਰੀਵਾਲ ਦੀ ਫੋਟੋ ਆ, ਤੇ ਤੁਸੀਂ ਮੇਰੇ ਤੇ ਇਲਜ਼ਾਮ ਗਲਤ ਲਾ ਰਹੇ ਹੋ, ਤੇ ਤੁਸੀਂ ਆਹ ਲਓ। ਮੇਰਾ ਜਵਾਬ ਨਹੀਂ ਲੈਂਦੇ ਸੀਗੇ। ਆਈ ਥਿੰਕ ਮੈਨੂੰ ਚੰਗੀ ਗੱਲ ਸੁੱਝ ਗਈ, ਮੈਂ ਈਮੇਲ ਕਰਤਾ ਸਾਰਾ ਰਿਕਾਰਡ, ਇਹ ਸਾਰਾ ਕੁਝ ਈਮੇਲ ਤੇ ਰਿਕਾਰਡ ਕਰਤਾ। ਤਾਈਓ ਹੁਣ ਜਿਹੜਾ ਇਹ ਸਭ ਤੋਂ ਵੱਡਾ ਇਲਜ਼ਾਮ ਆ ਉਹ ਇਸ ਚਲਾਨ ਦਾ ਹਿੱਸਾ ਨਹੀਂਗਾ ਮੇਰੇ ਵੀਰੋ। ਇਹਦੇ 'ਚ ਹੁਣ ਹੈ ਨਹੀਂਗਾ $1,19,000 ਕਿੱਥੇ, ਕਹਿੰਦੇ ਹੁਣ ਨਹੀਂ ਸਾਨੂੰ ਪਤਾ ਕਿੱਥੇ ਹੈ ਜੀ। ਸੋ ਬੇਸਿਕਲੀ ਮੇਰੀ ਅਰੈਸਟ ਵਿੱਚ ਕੇਜਰੀਵਾਲ ਦਾ ਬਹੁਤ ਵੱਡਾ ਯੋਗਦਾਨ, ਔਰ ਮੇਰੇ ਨਾਲ ਨਫ਼ਰਤ ਕਰਦਾ ਵਾ। ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਬਣਾਇਆ, ਮੈਨੂੰ ਸੰਜੇ ਸਿੰਘ ਗਵਾਹ ਵਾ ਅੰਦਰ ਕਮਰੇ 'ਚ ਬੈਠਾ ਵਾ, ਜਦੋਂ 18-19 MLA ਨੇ ਲਿਖ ਕੇ ਦਿੱਤਾ ਨਾ ਕਿ ਅਸੀਂ ਖਹਿਰਾ ਸਾਹਿਬ ਨੂੰ ਲੀਡਰ ਆਫ ਆਪੋਜੀਸ਼ਨ ਬਣਾਉਣਾ, ਕੇਜਰੀਵਾਲ ਆਰਗਿਊਡ ਵਿਦ ਮੀ ਦੈਟ ਡੇ। ਔਰ ਲਾਸਟ ਆਰਗੂਮੈਂਟ ਦਾ ਜਿਹੜਾ ਪਾਰਟਿੰਗ ਲਾਈਨ ਸੀ, ਸ਼ਾਇਦ ਤੁਹਾਨੂੰ ਪਹਿਲਾਂ ਵੀ ਕਹੀ ਹੈ, ਮੈਨੂੰ ਕਹਿੰਦਾ कि खेरा साहब आपको बना तो रहे हैं, अगर मेरा बस चलता मैं आपको कभी भी LOP ना बनाता। आ बंदे का कैरेक्टर है मेरे वीरों। और
मैं तुहानूं कहना चाहुंदा वां कि जदों मैनूं उतारिया कहंदा जी 16 MLA ने चिट्ठी लिख के दी, तुहानूं कदी 16 MLA दे साइन की हुई चिट्ठी लिख के दी है? नहीं दी। छोटेपुर के खिलाफ 2 लाख रुपए का केवल महज एक स्टिंग ऑपरेशन का इल्जाम ला के उसका करियर तबाह करता उस बंदे का जिन्हें 3 साल बिस्तरा रखा गड्डी दे विच, वो कित्थे है स्टिंग का ऑपरेशन? इदां ये आदमी लोगों के करियर्स नूं डिस्ट्रॉय करता वा। ही प्लेड अ वेरी मिसचीवियस, अ वेरी रॉन्ग रोल इन माई अरेस्ट बिकॉज ही हेटेड मी। और इस बंदे ने पंकज गुप्ते तो मिथ के बयान दवाया, जिहड़ा राघव चड्डे वगैरह सारे झूठा दी पंडा ने। मैं पंजाब के लोगों बाद किसी वेले आउण के लंबी डिटेल में दसूँगा, इन्हां दे झांसियां च ना आ जाओ किते गलती। मैं लागियों काम करके देखा होया वा। और जिहड़ा मेरे ते ईडी दे मुकदमा बनाया केजरीवाल साहब की मेहरबानी ना बनया वा, आम आदमी पार्टी की मेहरबानी ना। क्यों? मैं लीडर ऑफ ऑपोजिशन सीगा। जे मैं भी हरपाल वर्गा हुंदा अपनी पूछ पिछे दे के ते 2.5 साल कढ़ लैंदा तो मैनूं कोई लाउंदा थोड़ो सीगा। पर मैं सच का साथ दे के राणे गुरजीत का डट के अपोज करके, अमरिंदर सिंह का डट के अपोज करके उस मंत्री नूं मैं लाया, ताइयों मेरे ते वो NDPS का मुकदमा बनया वा। केजरीवाल साहब तुहाडी बदौलत वो लड़ाई लड़ी, तुसीं तां फिर पूछ पिछे दे के ते मजीठीए को माफ़ी मंग ली नशे के मुद्दे के उत्ते। ते मैं तो अज अपनी आप लड़ाई अज भी आप लड़ रहा ना। मैं तो सुप्रीम कोर्ट ने वो मैं और जो सब तो वड्डी गल मैं कह रहा सी कि जिहड़ी NDPS चक्की ना FIR वो सुप्रीम कोर्ट ऑफ इंडिया ने स्टे की हुई है, ताइयों मैनूं बेल मिली है तो हाई कोर्ट से। इस करके दूसरा पॉइंट मैं कहना चाहुंदा वां कि इन्हां ने हुण देखो ईडी नूं मैं पुछना चाहुंदा कि इत्थे हज़ारां सैकड़े करोड़ लुट के लै गए यार। वो साडे देश दा विदेशां 'च बैठे ने, नीरव मोदी वर्गे ते पता नहीं किंगफिशर वर्गे ते फलाना ते धमकाना। मेरे खिलाफ इन्वेस्टिगेशन की कर रहे? इस लाइक चीप इन्वेस्टिगेशन। मेरे खिलाफ इल्ज़ाम की लाया सारे चलान दे विच इस कि जी इन्हें 2014 तो लैके 2020 तक 6 सालां च इहदी आमदन ते खर्चे दे विच 3 करोड़ 82 लख का फर्क है। भी मैं इहनूं पुछना चाहुंदा, जे फर्क है मेरी आमदन का ते खर्चे का, तो इनकम टैक्स का इंस्पैक्टर करे ना जांच। ईडी जांच क्यों करदी है इस केस की? 3 करोड़ 82 लख का खर्चा। और ये शरारत ये की कि जिहड़ा मेरे बच्चों की शादी उन्होंने इन्वेस्टिगेट किया। मेरी जी ईडी की इन्वेस्टिगेशन है मेरे बच्चों की शादियों की इन्वेस्टिगेशन है। तो यहाँ थोड़ा जहा मैं घर में ठीक कराया, इन्होंने बड़ा चुभ्या, इन्ना की ठीक कराया अगला हिस्सा। तो इन्हों ने 3 करोड़ 82 लख का इल्ज़ाम लाता। तो ये कहता इस चलान में ना किते लिखा नहीं गा, एक पैरा सिर्फ कि जिहड़ा 3 करोड़ 82 लख का अंतर है ना पाड़ा वा, ये गुरदेव सिंह जिहड़ा उस NDPS की FIR में इनवॉल्व है फाजिलका, ये 3 करोड़ 82 लख रुपया गुरदेव सिंह दिंदा सी इहनूं ड्रग मनी। दस्सिया नहीं कित्थे दित्ते, कोई गड्डी लैके दित्ती, कोई प्लॉट लैके दित्ता, कोई मेरे फलाने दिन फलाने दे सामने कैश दित्ता, कित्ते नहीं लिखिया। बस कहता कि गुरदेव सिंह ने इन्हों 3 करोड़ 82 लख रुपया 6 साल। और अगली हासो ही नहीं गल, देखो इस चलान के पेज नंबर किन्ने ते लिखा पेज नंबर 70 है चलान का, मेरे ख्याल आप सतबीर कढ़ियो 70 दे पैरा 7.2 ते 7.2 नंबर पैरा ते लिखा ये गुरदेव सिंह जिहड़ा मैनू 3 करोड़ 82 लख दे रहा ना, वो आप डिफॉल्टर आ। ਉਹਦੇ ਤੇ ਬੈਂਕਾਂ ਨੇ ਰਿਕਵਰੀ ਸੂਟ ਕੀਤੇ ਹੋਏ ਨੇ। ਉਹ 2015 ਦਾ 7.2 ਪੇਜ 70 ਉਹ 2015 ਦਾ ਜੇਲ੍ਹ 'ਚ 2014 ਤੋਂ 20 ਤੱਕ ਮੈਨੂੰ ਪੈਸੇ ਦੇ ਰਿਹਾ, ਜੇਲ੍ਹ 'ਚ ਬੈਠਾ ਕਰਜ਼ਈ ਡਿਫਾਲਟਰ। ਬੈਂਕਾਂ ਨੇ ਉਹਦੇ ਤੇ ਰਿਕਵਰੀ ਸੂਟ ਕੀਤੇ ਆ ਤੇ ਉਹ ਪੈਸਾ ਮੈਨੂੰ ਦੇ ਰਿਹਾ। ਅੱਛਾ, ਇੱਕ ਇਲਜ਼ਾਮ ਲਾਇਆ ਜੀ ਕਿ ਇੱਕ ਗੁਰਦੇਵ ਸਿੰਘ ਦੇ ਨਾਲ ਕੋਈ ਕਨਵਿਕਟਡ ਆ ਫਾਜ਼ਿਲਕਾ ਦੇ ਬੰਦੇ 9-10 ਮੈਨੂੰ ਨਹੀਂ ਪਤਾ ਕੌਣ ਹੈ ਉਹ, ਹਰਬੰਸ ਸਿੰਘ। ਉਹਨੇ ਕਿਹਾ ਇਹ ਮੈਟਰ ਹੈਗਾ ਪੈਰਾ 5 ਪੇਜ 59 ਤੇ ਹੈ ਜੀ, ਤੁਹਾਨੂੰ ਮੈਂ ਚਲਾਨ ਦੀ ਕਾਪੀ ਭੇਜ ਦੂੰਗਾ, ਤੁਸੀਂ ਦੇਖਿਓ। ਉਹਦੇ 'ਚ ਕਹਿਤਾ ਜੀ ਗੁਰਦੇਵ ਸਿੰਘ ਨੇ ਇੱਕ ਜਿਹੜਾ 20 ਸਾਲ ਦੀ ਸਜ਼ਾ ਹੋਈ ਗੁਰਦੇਵ ਦੇ ਨਾਲ ਇੱਕ ਹਰਬੰਸ ਸਿੰਘ, ਉਹਨੇ ਕਿਹਾ ਜੀ ਕਿ ਗੁਰਦੇਵ ਸਾਨੂੰ ਦੱਸਦਾ ਵਾ ਕਿ ਖਹਿਰਾ ਕਹਿੰਦਾ ਵਾ ਕਿ ਤੁਹਾਨੂੰ ਜਿੰਨਾ ਮਰਜ਼ੀ ਕੰਮ ਕਰੋ ਤੁਹਾਨੂੰ ਬਚਾਉਣ ਨੂੰ ਮੈਂ ਬੈਠਾ ਵਾਂ। 2015 'ਚ ਕੇਸ ਹੋਇਆ, 2015 'ਚ ਮੈਂ ਓਪੋਜੀਸ਼ਨ ਸੀਗਾ, ਨਾ ਮੈਂ MLA ਸੀ ਨਾ ਮੇਰੀ ਕੋਈ ਸ਼ਕਤੀ ਸੀ, ਤੇ ਮੈਂ ਅਫਸਰਾਂ ਨੂੰ ਕਹਿ ਕੇ ਕਹਿੰਦਾ ਵੀ ਸਮਗਲਿੰਗ ਕਰੋ ਤੁਸੀਂ। ਐਡਾ ਬੇਬੁਨਿਆਦ ਬੋਗਸ ਮਨ ਘੜਤ ਝੂਠਾ ਨਫ਼ਰਤ ਦੀ ਭਾਵਨਾ ਨਾਲ ਇਹ ਮੁਕੱਦਮਾ ਬਣਾਇਆ। ਇਟ ਵਿਲ ਨੈਵਰ ਸਟੈਂਡ ਦ ਡੇ ਆਫ ਟਰਾਇਲ, ਲੈਟ ਮੀ ਟੈਲ ਯੂ ਫਰੈਂਡਸ, ਕਦੀ ਵੀ। ਇਹ ਮੈਂ ਨਾ ਵਕੀਲਾਂ ਦੀ ਲੋੜ ਨਹੀਂ, ਮੈਂ ਇਕੱਲਾ ਹੀ ਆਰਗੂ ਕਰੂੰਗਾ ਜਾ ਕੇ ਸਪੈਸ਼ਲ ਕੋਰਟ ਦੇ ਵਿੱਚ, ਧੱਜੀਆਂ ਉਡਾ ਦੂੰਗਾ, ਬਿਕੋਜ਼ ਇਹਦੇ 'ਚ ਕੁਛ ਨਹੀਂ ਗਾ, ਸਿਰਫ ਸਾਡੀਆਂ ਸ਼ਾਦੀਆਂ ਦਾ। ਔਰ
ਜਿਹੜਾ 3 ਕਰੋੜ 82 ਲੱਖ ਦੀ ਮੇਰੀ ਇਹਨਾਂ ਨੇ ਰਿਕਾਰਡ ਤੇ ਨਹੀਂ ਲੈਂਦੇ ਸੀ, ਮੈਂ ਫਿਰ ਈਮੇਲ ਕੀਤੀ ਹੈ। 1 ਕਰੋੜ 40 ਲੱਖ ਰੁਪਇਆ ਮੇਰਾ 6 ਸਾਲਾਂ ਦਾ ਜਿਹੜਾ ਆਮਦਨ ਸੀਗੀ ਨਾ ਖੇਤੀ ਦੀ, ਉਹ ਵੀ ਨਹੀਂ ਲਈ ਰਿਕਾਰਡ ਤੇ। ਮੇਰੇ ਠੇਕੇਦਾਰ ਨੂੰ ਬੁਲਾਇਆ ਵਾ, ਉਹਨੇ ਇੱਕ ਇੱਕ ਐਂਟਰੀ ਐਕਸਪਲੇਨ ਕਰਤੀ ਆ। 6 ਸਾਲਾਂ ਦਾ 1 ਕਰੋੜ 40 ਲੱਖ ਰੁਪਇਆ ਉਹਨੇ ਕਿਹਾ ਜੀ ਆ ਮੈਂ ਦਿੱਤਾ ਖੈਰੇ ਨੂੰ, ਨਹੀਂ ਲਿਆ ਰਿਕਾਰਡ ਤੇ, ਉਹ ਪਾਸੇ ਰੱਖ ਦਿੱਤਾ, ਗਿਆ ਹੋਇਆ ਹੁਣ ਰਿਕਾਰਡ ਤੇ। ਤੇ ਇੱਕ 2 ਲਿਮਿਟਸ ਚੱਕੀਆਂ, ਜਦੋਂ ਮੇਰੇ ਬੱਚਿਆਂ ਦੀ ਸ਼ਾਦੀ ਆਈ, ਬੇਟੀ ਦੀ ਆਈ 16 ਤੇ 19 ਚ ਮੇਰੇ ਬੇਟੇ ਦੀ ਆਈ, ਮੈਂ 1-1 ਕਰੋੜ ਰੁਪਏ ਦੀਆਂ 2 ਐਗਰੀਕਲਚਰ ਲਿਮਿਟਸ ਚੱਕੀਆਂ। ਯੂਨੀਅਨ ਬੈਂਕ ਆਫ ਇੰਡੀਆ ਜਲੰਧਰ ਐਂਡ ਰੀਜਨਲ ਕੈਪੀਟਲ ਬੈਂਕ ਕਪੂਰਥਲਾ ਬ੍ਰਾਂਚ, ਉਹ ਵੀ ਔਨ ਰਿਕਾਰਡ ਨਹੀਂ ਲਈਆਂ। ਕਹਿੰਦੇ ਜੀ ਤੁਸੀਂ ਨਾ ਖੇਤੀ ਦਾ ਪੈਸਾ ਵਿਆਹਾਂ ਤੇ ਨਹੀਂ ਲਾ ਸਕਦੇ, ਲਾਇਆ ਹੋਇਆ ਵਾ। ਮੈਂ ਕਿਹਾ ਉਹ ਬੈਂਕ ਮੈਨੂੰ ਸਜ਼ਾ ਦੇਣ ਨਾ ਕਿ ਮੈਂ ਨਹੀਂ ਵਰਤ ਸਕਦਾ, ਹੂ ਆਰ ਯੂ? ਉਹ ਵੀ ਨਹੀਂ ਰਿਕਾਰਡ ਤੇ ਲਿਆਂਦਾ। ਸੋ ਮੇਰਾ 3.5 ਕਰੋੜ ਰੁਪਇਆ ਐਕਸਪਲੇਨ ਹੋ ਗਿਆ। 2 ਬੱਚਿਆਂ ਦੀ ਸ਼ਾਦੀ ਕੀਤੀ, 60 ਲੱਖ ਰੁਪਇਆ ਲੋਕਾਂ ਨੇ ਦਿੱਤਾ, ਲਿਸਟ ਦੇਤੀ ਮੈਂ, ਬੰਦਿਆਂ ਦੇ ਨਾਮ, ਟੈਲੀਫੋਨ ਨੰਬਰ। ਐਵੇਂ ਕਿਸੇ ਨੇ 5000 ਸ਼ਗਨ ਦਿੱਤਾ, ਕਿਸੇ ਨੇ 3000 ਦਿੱਤਾ, ਕਿਸੇ ਨੇ 10000 ਵੀ ਦਿੱਤਾ, ਉਹ ਕਿਸੇ ਨੇ 21000 ਵੀ ਦਿੱਤਾ, ਉਹ ਵੀ ਨਹੀਂ ਲਾਇਆ ਰਿਕਾਰਡ ਦੇ ਉੱਤੇ। ਇਹਨਾਂ ਦੀ ਈਡੀ ਦੀ 3 ਕਰੋੜ 82 ਲੱਖ ਰੁਪਏ ਦੀ ਮੇਰੇ ਤੇ ਇਲਜ਼ਾਮ ਹੈ ਭਰਾਓ। ਇਸ ਲਈ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਪੋਲੀਟਿਕਸ ਜਿਹੜੀ ਆ ਉਹ ਇਸ ਲੈਵਲ ਤੱਕ ਹੋ ਗਈ ਆ that parties do not even hesitate to fix people under such serious alarming charges। और किसी बड़े अच्छे लॉ जूरिस्ट ने किया वा, वो कहता यार 100 गुनाहगार बच जे जिंदगी कानून के शिकंजे चों 100 गुनाहगार, एक भी बेगुनाह बंदे नूं गलत सज़ा नहीं होनी चाहिए। पर साडे देश विच 100 गुनाहगार बच रहा वा, ते सॉरी सैकड़े गुनाहगार बच रहे हैं, तो उधरों ज़्यादा बेगुनाह लोगों को जेलों के डक्या जा रहा। इनफैक्ट जे कोई इस देश में अज ध्यान करे, दिस क्रिमिनल जस्टिस सिस्टम ऑफ इंडिया नीड्स अ वेरी अर्जेंट इमीजिएट डिबेट एंड अ रिव्यू। इस करके नहीं कि मैं अंदर गया वहाँ, पर मेरे तो बाद पता नहीं किन्निया ने जाना, तो मेरे तो पहला पता नहीं किन्निया तक चुके हैं। तो याद है वो सुधा भारद्वाज, उन्होंने जो मालेगांव बॉम्ब ब्लास्ट के करता, ट्राइबल्स का काम करती सी औरत बेचारी, ट्राइबल्स का ਜਿਹੜੇ ਵਿਚਾਰੇ ਪੀੜਤ ਲੋਕ ਨੇ, ਆਦੀਵਾਸੀ, ਉਹਦੇ ਨਾਲ 8 ਬੰਦੇ ਹੋਰ ਜੇਲ੍ਹ 'ਚ ਨੇ। 3 ਸਾਲ ਉਹਨੂੰ ਜੇਲ੍ਹ, ਮੈਂ ਤਾਂ 78 ਦਿਨਾਂ 'ਚ ਆ ਗਿਆ ਬਾਹਰ। 3 ਸਾਲ ਉਸ ਔਰਤ ਨੂੰ ਇਹਨਾਂ ਨੇ ਜੇਲ੍ਹ ਕਟਾਈ ਆ। ਇੱਕ ਹਿਊਮਨ ਰਾਈਟ ਐਕਟਿਵਿਸਟ ਨੂੰ ਇੱਦਾਂ ਦੇ ਦਰਜਨਾਂ ਬੰਦੇ ਅੰਦਰ ਕੀਤੇ ਹੋਏ ਬੀਜੇਪੀ ਦੇ ਨਾਲ। ਕੀ ਸਾਡਾ ਅਸੀਂ ਦੇਸ਼ ਇਸ ਲਈ ਆਜ਼ਾਦ ਕੀਤਾ ਸੀਗਾ? ਸਾਡੇ ਪੁਰਖਿਆਂ ਨੇ ਊਧਮ ਸਿੰਘ ਤੇ ਭਗਤ ਸਿੰਘ ਵਰਗਿਆਂ ਨੇ ਇਸ ਲਈ ਆਜ਼ਾਦ ਕਰਾਇਆ ਸੀਗਾ ਕਿ ਸਾਡੇ ਹੀ ਦੇਸ਼ ਦੇ ਬਸ਼ਿੰਦਿਆਂ ਨੂੰ, ਜਿਹੜੇ ਲੋਕਾਂ ਦੀ ਗੱਲ ਕਰਦੇ ਨੇ, ਤੁਸੀਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਦੇਖੋ। ਤੁਹਾਡੇ ਨਾਲੋਂ ਤਾਂ ਫਿਰ ਅੰਗਰੇਜ਼ ਚੰਗੇ ਸੀਗੇ, ਤੁਸੀਂ ਤਾਂ ਮੁਗਲਾਂ ਨਾਲੋਂ ਵੀ ਘੱਟ ਨਹੀਂ ਤੁਸੀਂ ਕਰ ਰਹੇ ਹੈਗੇ। ਇਸ ਕਰਕੇ ਮੈਨੂੰ ਇਸ ਗੱਲ ਦਾ ਦੁੱਖ ਤੇ ਰੰਜ ਆ। ਹੋਰ ਮੈਨੂੰ ਜੇਲ੍ਹ ਦਾ ਕੋਈ ਨਹੀਂ ਗਾ। ਤੁਸੀਂ ਮੇਰੇ ਜਿਹੜੇ ਸੰਤੋਖ ਸਿੰਘ ਜੀ ਚਾਚਾ ਜੀ ਬੈਠੇ, ਤਾਇਆ ਜੀ ਕਹਿੰਦੇ ਨੇ ਉਹਨਾਂ ਨੂੰ, ਜਾਂ ਹੋਰ ਵੀ ਬੈਠੇ ਨੇ ਪੁਰਾਣੇ ਆਦਮੀ, ਮਾਈ ਫਾਦਰ ਸਰਦਾਰ ਸੁਖਜਿੰਦਰ ਸਿੰਘ spent years of his life in under detention and jails। अगर ये सोचते कि मैनू बाह मरोड़ के बीजेपी अपने नाल ला लेगी, इन्होंने फिर पिछे कुछ नहीं झात मारी। मेरे पिता जी नू नैशनल सिक्योरिटी एक्ट में किहड़ियां जेलों च रखा गया? 365 दिन अगरतला की जेल में, त्रिपुरा स्टेट। हुण तां फिर भी जाना आना सौखा, उदों वी कुड नॉट जस्ट ट्रैवल। क्योंझर जेल उड़ीसा च, हज़ारीबाग जेल बिहार च, जिथे मैं मिल के आया वां। मैं वो जेलों का नाम लै रहा, फतेहगढ़ सिकरी उत्तर प्रदेश, तिहाड़ जेल, अंबाले की जेल, बुड़ैल की जेल, जिहड़ी जेल च मैं रह के आया उत्थे भी रह के आए ने। तो इन्होंने लगता कि मैं इदा घबराउण वाला हैगा, फिर मैं अपने असूल छड्ड रहा इन्हां दी खातर। इहदे नालों चंगा मरना तो ठीक है, पर इदां दे बंदे, बोगस बंदियां दे गिद्दड़ भुपकियां च आउण वाला ना मैं पहिलां सीगा ते ना मैं हुण हैगा वां। मेरे लागे ही एक बैरक च ना बलवंत सिंह राजोवाल ने वो नज़रबंद आ। तो मैनू कई बारी जो बंदा जेल जाता सोचता भी यार की होगा, किद्दां होगा। एक मैं अपने पिता जी बारे सोचना, मैं जस्ट थिंक हाउ ही मस्ट हैव स्पेंट 365 डेज इन सॉलिटरी कन्फाइनमेंट इन अगरतला इन त्रिपुरा नियर वेस्ट बंगाल। तू क्यों घबराउणा वा? दूजा मैनू सोर्स, मैं उन्होंने लागे निगाह मारी, मेरी बिल्कुल नाल दी बैरक सीगा। 26 साल का अंदर है बंदा, ठीक है, गुनाह किया वा, क्राइम है, बट वो सजावां सारियां उन्हां दियां पूरियां हो चुकियां ने। चलो ना भी पूरियां, मैं उस गल मैरिट ते डीमैरिट्स में नहीं जाना चाहता, पर मैनू शक्ति मिलती है कि मैं देखा वो बंदा बैठा, वो फिर मैं देखा किन्ने लताड़े हुए बैठे अंदर बेचारे,
ਕਈ ਬੰਦੇ, ਇੱਕ ਮੇਰੇ ਨਾਲ ਕੰਮ ਕਰਦਾ ਸੀਗਾ ਮੁੰਡਾ ਨਿਤਿਨ ਹੈ, ਇੱਥੇ ਰਹਿਣ ਵਾਲਾ ਦਾ ਯੂਪੀ ਦਾ ਸੀਗਾ ਤੇ ਹੁਣ ਮੋਹਾਲੀ ਕੰਮ ਕਰ, ਬਹੁਤ ਗਰੀਬ ਜਿਹਾ ਵਾ। ਉਹਨੂੰ ਵਿਚਾਰੇ ਨੂੰ ਜਿਹੜਾ ਮੁਕੱਦਮਾ ਹੋਇਆ, ਉਸ ਮੁਕੱਦਮੇ ਦੇ ਦੌਰਾਨ ਉਹਦੇ ਪਿਓ ਦੀ ਡੈਥ ਹੋ ਗਈ। ਉਹਨੇ ਜੇਲ੍ਹ ਦੇ ਵਿੱਚ ਕੋਈ ਦਵਾਈ ਲੱਭੀ, ਉਹਨੂੰ ਦਵਾਈ ਪੀ ਕੇ ਤੇ ਉਹ ਅੰਦਰ ਉਹਨੇ ਆਪਣੀ ਆਤਮ ਹੱਤਿਆ ਕਰਨ ਦਾ ਕੋਸ਼ਿਸ਼ ਕੀਤੀ। ਉਹਦੇ ਜੇਲ੍ਹ ਦੇ ਬੈਠੇ ਅੰਦਰ ਸੁਸਾਈਡ ਦਾ ਕੇਸ ਬਣਾਇਆ, ਪਰ ਕਸਟਡੀ ਨਹੀਂ ਪਾਈ ਉਹਦੀ, 1 ਸਾਲ ਸਜ਼ਾ ਕੀਤੀ। ਉਹ ਮੇਰੇ ਖਿਆਲ 2019 ਦੇ ਮਾਰਚ ਦਾ ਅੰਦਰ ਆ। ਉਧਰ ਉਹਦੀ ਬੇਲ ਹੋਈ ਹੋਈ, ਜਿਹੜਾ ਦੂਜਾ ਕੇਸ ਸੀਗਾ, ਤੇ ਇਹਦੇ 'ਚ ਬੇਲ ਕਰਾਉਣ ਜੋਗਾ ਹੀ ਨਹੀਂ ਸੀਗਾ, ਉਹਦਾ ਬੇਲ ਦੇਣ ਵਾਲੇ ਕੋਈ ਬੰਦਾ ਨਹੀਂ ਸੀਗਾ, ਉਹਦੀ ਮੈਂ ਹੁਣ ਬੇਲ ਦਵਾ ਕੇ ਆਇਆ। ਦੇਅਰਫੋਰ ਵਾਟ ਆਈ ਵਾਂਟ ਟੂ ਸੇ ਇਜ਼ ਕਿ ਅਨੇਕਾਂ ਬੰਦੇ ਉੱਥੇ ਸੜ ਰਹੇ ਨੇ, ਮਰ ਰਹੇ ਨੇ। ਤੋ ਇਹ ਜਿਹੜੀ ਕਹਾਣੀ ਹੈ ਨਾ ਜੇਲ੍ਹ ਦੀ, ਇਹਦੇ 'ਚੋਂ ਮੈਂ ਫਿਰ ਹੰਕਾਰ ਨਾ ਸਮਝੋ, ਚੰਗਾ ਨਹੀਂ ਲੱਗਦਾ। ਨਾਟ ਦੈਟ ਆਈ ਵਾਂਟ ਟੂ ਗੋ ਟੂ ਜੇਲ ਅਗੇਨ ਐਂਡ ਅਗੇਨ, ਬਟ ਇਟ ਹੈਜ਼ ਨਾਟ ਡੈਟਰਡ, ਇਟ ਹੈਜ਼ ਨਾਟ ਵੀਕਨ ਮਾਈ ਕਮਿਟਮੈਂਟ, ਔਰ ਇਟ ਹੈਜ਼ ਨਾਟ ਇਨ ਐਨੀ ਮੈਨਰ ਡਿਮੋਰਲਾਈਜ਼ਡ ਮੀ। ਜਿਹੜੇ ਮੇਰੇ ਵਿਰੋਧੀ ਸਮਝਦੇ ਨੇ, ਉਹਨਾਂ ਨੂੰ ਅਗਰ ਇਹ ਖੁਸ਼ਫਹਿਮੀ ਹੁੰਦੀ ਕਿ ਮੈਨੂੰ ਜੇਲ੍ਹ ਪਾ ਕੇ ਉਹਨਾਂ ਦੀ ਕੋਈ ਸ਼ਾਂਤੀ ਮਿਲਦੀ ਉਹਨਾਂ ਦੇ ਹਿਰਦੇ ਨੂੰ, ਇਹ ਉਹਨਾਂ ਨੂੰ ਮੁਬਾਰਕ ਹੈ। ਪਰ ਮੈਂ ਜਿੱਦਾਂ ਪਹਿਲਾਂ ਆਪਣਾ ਜ਼ਿੰਦਗੀ 'ਚ ਕੰਮ ਕਰਦਾ ਸੀ, ਮੈਂ ਉੱਦਾਂ ਹੀ ਕੰਮ ਕਰਦਾ ਰਹਿੰਦਾ। ਇਹ ਅੱਜ ਦਾ ਮੇਰਾ ਵੇਰਵਾ ਸੀਗਾ। ਕੁਛ ਤੁਸੀਂ ਅਗਰ ਗੱਲਾਂ ਕਹਿਣਾ ਚਾਹੁੰਦੇ, ਪੁੱਛਣਾ ਚਾਹੁੰਦੇ, ਜਾਂ ਮੋਸਟ ਵੈਲਕਮ। ਅੰਮ੍ਰਿਤਸਰ ਜਿਹੜਾ ਈਸਟ ਤੋਂ ਮੁਕਾਬਲਾ ਹੁਣ ਹੋ ਰਿਹਾ ਅਕਾਲੀ ਦਲ ਦੀ ਤਰਫ ਨੂੰ ਲੈ ਕੇ ਆਈ ਹੈ, ਉਹਨੂੰ ਕਿਵੇਂ ਲੱਗਦਾ ਕਿ ਜਾਣਬੁੱਝ ਕੇ ਸਿੱਧੂ ਤਾਂ ਮਿੱਤਰ ਇੱਥੇ ਕਰਕੇ ਦੂਜਿਆਂ ਨੂੰ ਉੱਥੇ ਜਾਂਦਾ ਗਿਆ, ਹਾਲਾਂਕਿ ਦੋਨਾਂ ਹੱਥੀਆਂ ਦੂਜਿਆਂ ਨੂੰ ਕਰ ਦਿੱਤਾ। I think this is basically a symbolic fight by ਅਕਾਲੀ ਦਲ। ਅਕਾਲੀ ਦਲ ਬਹੁਤ ਬੁਰੀ ਤਰ੍ਹਾਂ ਬੈਕਫੁੱਟ 'ਤੇ ਹੈ। ਉਹਨਾਂ ਦੇ ਆਗੂਆਂ 'ਤੇ ਬਹੁਤ ਵੱਡੇ ਇਲਜ਼ਾਮ ਹੈ। ਚਲੋ ਦੂਜਿਆਂ ਦੇ ਇਲਜ਼ਾਮ ਮੈਂ ਛੱਡ ਦਿੰਦਾ ਵਾਂ, ਪਰ ਜਿਹੜਾ ਬੇਅਦਬੀਆਂ ਦਾ ਇਲਜ਼ਾਮ ਆ, ਬਾਈਬਲ ਕਲਾਂ ਦੇ ਵਿੱਚ ਆਪਣੇ ਸਿੱਖ ਨੌਜਵਾਨਾਂ ਨੂੰ ਮਾਰਨ ਦਾ ਇਲਜ਼ਾਮ ਆ, ਸੁਮੇਧ ਸਿੰਘ ਸੈਣੀ ਵਰਗਿਆਂ ਨੂੰ ਜਿਹੜੇ ਇਨਕਾਊਂਟਰ ਸਪੈਸ਼ਲਿਸਟ ਸੀ ਉਹਨਾਂ ਨੂੰ ਡੀਜੀਪੀ ਲਾਉਣ ਦਾ ਇਲਜ਼ਾਮ ਹੈ, ਡੇਰਾ ਸੱਚਾ ਸੌਦਾ ਦੇ ਨਾਲ ਸਮਝੌਤਾ ਕਰਕੇ ਆਪਣੇ ਅਕਾਲ ਤਖਤ ਦੇ ਜਥੇਦਾਰਾਂ ਕੋਲੋਂ ਗਲਤ ਹੁਕਮਨਾਮੇ ਲਾਉਣ ਦਾ ਇਲਜ਼ਾਮ ਹੈ। ਇਹ ਲੋਕ ਉਹਨਾਂ ਨੂੰ ਕਦੀ ਮਾਫ ਨਹੀਂ ਕਰਨਗੇ। ਫੈਡਰਲਿਜ਼ਮ ਤੋਂ ਭੱਜ ਗਏ, ਜੰਮੂ ਕਸ਼ਮੀਰ ਟੁੱਟਿਆ ਤੇ ਉੱਥੇ ਵੋਟਾਂ ਪਾਈਆਂ। ਸੋ ਦੇਅਰਫੋਰ ਦੇ ਆਰ ਬਰੈਫਟ ਆਫ ਆਈਡੀਆਜ਼। ਉਹਨਾਂ ਨੂੰ ਇੱਕ ਲੱਭਿਆ ਕਿ ਨਿਊਜ਼ ਮੇਕਿੰਗ ਇਹ 2-4 ਦਿਨ ਨਿਊਜ਼ ਵਿੱਚ ਰਹੇਗੀ, ਬਿਕੋਜ਼ ਈਸਟ ਦੇ ਵਿੱਚ ਅਕਾਲੀ ਦਲ ਪਿਛਲੀ ਵਾਰੀ ਅਕਾਲੀ ਦਲ ਬੀਜੇਪੀ ਇਕੱਠੇ ਲੜੇ 16,000 ਵੋਟ ਪਈ ਸੀਗੀ। ਸੋ ਦੇਅਰਫੋਰ ਇਟ, ਐਂਡ ਮੈਂ ਦੇਖਿਆ ਕਿ ਨਿਊਜ਼ ਨੇ ਵੀ, ਚੈਨਲਸ ਨੇ ਬਹੁਤ ਉਭਾਰਿਆ, ਬਟ ਇਹਦੇ ਦਿਸ ਇਜ਼ ਨਾਟ ਅ ਫਾਈਟ ਐਕਚੁਅਲੀ, ਦਿਸ ਇਜ਼ ਬੇਸਿਕਲੀ ਜਸਟ ਅਨਦਰ ਥਿੰਗ। ਮੈਨੂੰ ਲੱਗਦਾ ਕਿ ਇਹਨੂੰ ਇੱਥੇ ਕੈਂਡੀਡੇਟ ਫੀਲਡ ਕਰਕੇ ਥੋੜਾ ਸੁਪਰੀਮ ਕੋਰਟ ਦੇ ਵਿੱਚ ਵੀ ਆਪਣਾ ਪੱਖ ਪੇਸ਼ ਕਰਕੇ ਦੇਖੋ ਜੀ, 2 ਸੀਟਾਂ ਤੇ ਲੜ ਰਹੇ, ਸਾਨੂੰ ਇੰਟਰਮ ਬੇਲ ਹੀ ਦੇ ਦਿਓ ਥੋੜੀ ਜਿਹੀ ਤੱਕ। ਕੈਪਟਨ ਅਮਰਿੰਦਰ ਸਿੰਘ ਦੀ ਤੁਹਾਡੀ ਗ੍ਰਿਫਤਾਰੀ ਦੀ ਭੂਮਿਕਾ ਰਹੀ? ਤੁਸੀਂ ਬੀਜੇਪੀ ਦੇ ਉੱਪਰ ਸਵਾਲ ਖੜੇ ਕੀਤੇ, ਆਮ ਆਦਮੀ ਪਾਰਟੀ ਉੱਪਰ ਸਵਾਲ ਖੜੇ ਕੀਤੇ, ਜੋ ਭਾਜਪਾ ਦੇ ਸਾਥੀ ਹੈ ਕੈਪਟਨ ਅਮਰਿੰਦਰ ਸਿੰਘ, ਤੁਸੀਂ ਉਹਨਾਂ ਦੀ ਨਹੀਂ, ਉਹ ਜਿਹੜਾ ਮੇਰੇ ਤੇ ਨਾ, ਤੁਹਾਨੂੰ ਫਿਰ ਕਈ ਵਾਰੀ ਤੁਸੀਂ ਵੀ ਭੁੱਲ ਜਾਂਦੇ ਹੋ, ਇਹ ਜਿਹੜਾ ਮੇਰੇ ਤੇ NDPS ਦਾ ਨਾ ਜਿਹੜਾ ਮੁਕੱਦਮਾ ਬਣਾਉਣ ਦੀ ਕੋਸ਼ਿਸ਼ ਕੀਤੀ ਬਣਿਆ ਨਹੀਂਗਾ। ਉਹ ਅਕਾਲੀ ਦਲ ਦੇ ਵੇਲੇ 2015 'ਚ ਬਣਾਇਆ ਗਿਆ ਸੀਗਾ। SIT ਨੇ ਇੱਕ ਰਿਪੋਰਟ ਪੇਸ਼ ਕਰਤੀ, ਉਹਨਾਂ ਨੇ ਨਾ ਸਿੱਟਾ ਨਹੀਂ ਕੱਢਿਆ, ਕੋਈ ਵੀ ਐਕਸ਼ਨ ਵੀ ਨਹੀਂ ਲਿਆ। ਉਹ ਜਿਹੜਾ SIT ਦੀ ਰਿਪੋਰਟ ਸੀ, ਉਸੇ ਨੂੰ ਜਦੋਂ ਮੈਂ ਰਾਣੇ ਗੁਰਜੀਤ ਨੂੰ ਲਵਾਇਆ ਮੰਤਰੀ ਪਦ ਤੋਂ, ਉਦੋਂ ਇਹਨਾਂ ਨੇ ਖੋਲ੍ਹ ਲਈ। ਤੇ ਰਾਣਾ ਗੁਰਜੀਤ ਮਿਨਿਸਟਰ ਸੀਗਾ, ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਫਾਈਨੈਂਸਰ ਸੀਗਾ, ਤਾਂ ਉਹਨੇ ਉਹਨਾਂ ਨੂੰ ਮੋਟੀਵੇਟ ਕਰਕੇ ਤੇ ਮੇਰੇ ਖਿਲਾਫ ਅਦਾਲਤ ਰਾਹੀਂ ਮੈਨੂੰ ਸਮਨ ਕਢਾਏ ਨੇ, ਜਿਹੜੇ ਸਮਨਸ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤੇ ਨੇ। ਸੋ ਦੇਅਰਫੋਰ ਆਈ ਹੈਵ ਅਮਰਿੰਦਰ ਸਿੰਘ ਨੇ ਉਹਨਾਂ ਦਾ ਰੋਲ ਸੀਗਾ ਜੀ। ਇਹਦੇ 'ਚ ਉਹਨਾਂ ਦੀ ਕਿੰਨੀ ਕੁ ਸ਼ੋਭਾ ਹੋਈ ਹੈ ਜੀ। ਜੇ ਮੇਰੀ ਪਾਰਟੀ ਮੇਰਾ ਪੱਖ ਸੁਣ ਕੇ ਲੋਕਾਂ ਦੀ ਅਦਾਲਤ ਵਿੱਚ ਡਟ ਕੇ ਰੱਖਦੀ ਸਬੂਤ, ਤੇ ਉਹਦੇ 'ਚ ਬੀਜੇਪੀ ਸ਼ਰਮਿੰਦਾ ਹੋਣਾ ਸੀਗਾ, ਔਰ ED ਦਾ ਦੁਰਉਪਯੋਗ ਦਾ ਕੈਟੇਗੋਰੀਕਲ ਕੇਸ ਸੀਗਾ। ਬਾਕੀ ਬੰਦਿਆਂ ਕੋਲ ਤਾਂ ਮੈਂ ਕਹਿ ਰਿਹਾ, ਕਈਆਂ ਕੋਲ 50 ਕਰੋੜ ਦੀ ਪ੍ਰਾਪਰਟੀ ਲੱਭਦੀ ਆ, ਕਿਸੇ ਕੋਲ 100 ਕਰੋੜ ਦੀ ਲੱਭਦੀ ਆ, ਮੇਰੇ ਕੋਲ ਤਾਂ ਐਗਰੀਕਲਚਰ ਲੋਨ ਡੈਟ ਸੀਗਾ। ਇਹਦੇ ਨਾਲੋਂ ਪਰਫੈਕਟ ਕੇਸ ਕਾਂਗਰਸ ਦੇ ਕੋਲ ਨਹੀਂ ਸੀਗਾ ਟੂ corner the BJP on misuse of premier agencies like CBI and ED and all that stuff. In fact, the loss is theirs, not mine. ਔਰ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਇਹਨਾਂ ਨੂੰ ਮੈਨੂੰ ਡਿਫੈਂਡ ਕਰਨਾ। ਅਗਰ ਮੈਂ ਬਾਹਰ ਹੁੰਦਾ ਨਾ, ਮੈਂ ਧੂਆਂ ਕੱਢ ਦੇਣਾ ਸੀਗਾ, ਸਾਰੇ ਤੱਥ ਪੇਸ਼ ਕਰਨੇ ਸੀ ਲੋਕਾਂ ਦੀ ਅਦਾਲਤ ਵਿੱਚ। ਲੇਕਿਨ ਇਹਨਾਂ ਨੇ ਜਿਹੜਾ ਨਹੀਂ ਕੀਤਾ, ਉਹ ਇਹਨਾਂ ਨੂੰ ਕਿਉਂ ਨਹੀਂ ਕੀਤਾ, ਇਹਨਾਂ ਦੀ ਆਪਣੀ ਮਰਜ਼ੀ। ਪਰ ਜਦੋਂ ਕਿਸੇ ਦੀ ਵਾਰੀ ਆਉਣੀ ਆ ਤੇ ਮਤ ਕੋਈ ਸਮਝੇ ਕਿ ਵੀ ਮੇਰੇ ਮਗਰ ਸਾਰਾ ਹਜੂਮ ਪੈਦਾ ਹੋ ਕੇ ਆ ਜਾਏਗਾ। ਜਿਹੋ ਜਿਹਾ ਤੁਸੀਂ ਕਰੋਗੇ ਉੱਦਾਂ ਦਾ ਕਰੋ। ਨਹੀਂ, ਅਮਰਿੰਦਰ ਦਾ ਦੇਖੋ, ਤੁਹਾਨੂੰ ਹੱਥ ਦੱਸਦਾ ਨਾ, ਕੈਪਟਨ ਸਾਹਿਬ ਦਾ ਹੱਥ ਤਾਂ ਦੱਸਦਾ ਨਾ ਕਿ ਜਦੋਂ ਉਹ ਚੀਫ ਮਿਨਿਸਟਰ ਸੀ, ਰਾਣੇ ਨੇ ਬਣਵਾ ਲਿਆ ਕੇਸ। ਇਸ ਤੋਂ ਬਾਅਦ ਅਮਰਿੰਦਰ ਤਾਂ ਇਜ਼ ਗੋਨ ਨਾਓ। ਅਮਰਿੰਦਰ ਸਿੰਘ ਹੈਜ਼ ਨਥਿੰਗ ਟੂ ਡੂ ਵਿਦ ਦਿਸ ਕੇਸ ਐਟ ਆਲ ਨਾਓ।
ਇਹ ਤਾਂ ਸਾਰਾ ਹੁਣ ਬੀਜੇਪੀ ਨੇ ਆਪਣੀ ਸ਼ਰਾਰਤ ਨਾਲ, ਜਿੱਦਾਂ ਬਾਕੀ ਲੀਡਰਾਂ ਨੂੰ ਉਹਨਾਂ ਨੇ ਇੰਗੇਜ ਕੀਤਾ ਵਾ ਪੰਜਾਬ ਦੀ ਰਾਜਨੀਤੀ, ਤੁਸੀਂ ਦੇਖ ਹੀ ਰਹੇ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ। ਆ ਜਿਹੜਾ ਮੇਰੇ ਤੇ ਮੁਕੱਦਮਾ ਬਣਾ ਕੇ ਮਤਲਬ ਇਹ ਹੁੰਦਾ ਕਿ ਰਿਵਰਸ ਅਪਰੋਚ, ਕਿ ਅਸੀਂ ਠੋਕ ਦਿੱਤਾ ਤੇ ਆ ਜਾ, ਤੇ ਮੈਂ ਮਿਹਨਤ ਕਰ ਲੈਂਦਾ ਤਾਂ ਮੈਂ ਵੀ ਠੀਕ ਹੋ ਜਾਣਾ ਸੀਗਾ। ਹਾਂਜੀ 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 ऑन रिकॉर्ड है। और जो आप 1,09,000 या 19,000 डॉलर की बात कर रहे हैं कि ये मामला दिल्ली दिखा रही है, गवाही दी है। हाँ जी, केजरीवाल जिस तरह से आप NRI की बात कर रहे हैं पंजाब में, और दूसरा पंजाब में सरकार बनाने का आम आदमी की ख्वाब भी खड़ी है, इसको लेके आप जनता के देखो जनता सारी ना हौली हौली केजरीवाल ਨੂੰ ਅੱਜ ਨਹੀਂ ਸਮਝੂਗੀ, ਅਗਲੀ ਇਲੈਕਸ਼ਨ ਤੱਕ ਪੱਕਾ ਸਮਝ ਜਾਣਗੇ। ਬੇਸਿਕਲੀ ਦਿਸ ਮੈਨ ਇਜ਼ ਅ ਕੰਪਲੀਟ ਕੰਪਲਸਿਵ ਵੈਰੀ ਕਲੇਵਰ ਲਾਇਰ ਹੀ ਇਜ਼, ਹੁਣ ਇੱਥੇ ਆਪਾਂ ਬਿਠਾ ਲਾਂਗੇ ਉਹ ਸਰ ਜੀ ਸਰ ਜੀ ਨਿਮਾਣਾ ਜਿਹਾ ਬਣ ਕੇ, ਪਰ ਜਿਹੜਾ ਲੋਕਾਂ ਨੇ ਇਹਦੇ ਨਾਲ ਕੰਮ ਕੀਤਾ, ਛੋਟੇਪੁਰ ਨੂੰ ਪੁੱਛ ਕੇ ਦੇਖੋ ਜਰਾ, ਮੈਨੂੰ ਪੁੱਛ ਕੇ ਦੇਖੋ, ਘੁੱਗੀ ਨੂੰ ਪੁੱਛ ਕੇ ਦੇਖੋ ਕਿੱਦਾਂ ਦਾ ਕੈਰੈਕਟਰ ਹੈਗਾ, ਔਰ ਤੁਸੀਂ ਇਹਦੀ ਡੁਪਲਿਸਿਟੀ ਦੇਖੋ। ਤੁਸੀਂ ਪੰਜਾਬ 'ਚ ਆਣ ਕੇ ਜਿਹੜੀ ਨਵਜੋਤ ਸਿੱਧੂ ਨੇ ਗੱਲਾਂ ਕੀਤੀਆਂ, 5-4 ਮੈਂ ਸਪੋਰਟ ਕਰ ਦਿੰਦਾ, 1000 ਰੁਪਏ ਦਿੱਲੀ ਦੀ ਕਿਸੇ ਔਰਤ ਨੂੰ ਦਿੰਦਾ ਵਾ, ਉੱਥੇ ਨੌਕਰੀ ਦਿੱਤੀ ਕਿਸੇ ਨੂੰ ਜਿਹੜਾ ਇੱਥੇ ਟੀਚਰਾਂ ਦੇ ਧਰਨੇ ਜਾਣ ਕੇ ਕਰਦਾ, ਕਿਸੇ ਸਿੱਖ ਨੂੰ ਉੱਥੇ ਮਿਨਿਸਟਰ ਬਣਾਇਆ, ਕਿਸੇ ਪੰਜਾਬੀ ਨੂੰ ਮਿਨਿਸਟਰ ਬਣਾਇਆ, ਕਿਸੇ ਦਲਿਤ ਨੂੰ ਮਿਨਿਸਟਰ ਬਣਾਇਆ। ਨੋ, ਧਰਮਵੀਰ ਗਾਂਧੀ ਦੇ ਮੈਂ ਕੱਲ ਇੰਟਰਵਿਊ ਸੁਣ ਰਿਹਾ ਸੀ, ਵਾਟ ਅ ਬਿਊਟੀਫੁਲ ਪੁਆਇੰਟ ਹੀ ਹੈਜ਼ ਰੇਜ਼ਡ। ਹੀ ਸੈਡ ਕੇਜਰੀਵਾਲ ਜੇ ਪੰਜਾਬ ਦਾ ਐਡਾ ਹਤੈਸ਼ੀ ਆ, ਤੇ ਸਾਡਾ ਯਾਰ ਪੰਜਾਬ ਦੇ ਦਰਿਆਵਾਂ ਦਾ ਜਿਹੜਾ ਦਿੱਲੀ ਪਾਣੀ ਵਰਤਦਾ ਵਾ, 3200 ਕਰੋੜ ਰੁਪਈਆ ਰਾਇਲਟੀ ਬਣਦੀ ਸਾਲ ਦੀ, ਦੇ ਦੇ ਯਾਰ। ਨਾਲੇ ਕੇਜਰੀਵਾਲ ਕਹਿੰਦਾ ਬਹੁਤ ਪੈਸਾ ਮੇਰੇ ਕੋਲ, ਕੇਜਰੀਵਾਲ ਨੇ ਮੈਂ ਸਕੂਲ ਚਮਕਾਤੇ, ਮੈਂ ਹਸਪੀਟਲ ਚਮਕਾਤੇ, ਦੇ ਦੇ ਸਾਡਾ 3200 ਕਰੋੜ ਰੁਪਈਆ। ਇਹਦੇ ਇੱਕ ਮਿੰਟ 3200 ਕਰੋੜ ਦੇਣ ਨਾਲ ਅਸੀਂ ਸੰਗਲ ਪਾਵਾਂਗੇ ਰਾਜਸਥਾਨ ਨੂੰ, ਅਸੀਂ ਸੰਗਲ ਪਾਵਾਂਗੇ ਹਰਿਆਣੇ ਨੂੰ। ਪੰਜਾਬ ਦਾ ਕਰਜ਼ਾ ਇਕੱਲੇ ਪੰਜਾਬ ਦੇ ਦਰਿਆਵਾਂ ਦੀ ਰਾਇਲਟੀ ਦੇ ਨਾਲ ਧੋਤਾ ਦਿੱਤਾ ਜਾ ਸਕਦਾ ਹੈ, ਬਟ ਦਿਸ ਮੈਨ ਵਿਲ ਨੈਵਰ ਡੂ ਇਟ। ਔਰ 12 ਕਰੋੜ ਰੁਪਇਆ ਹਿਮਾਚਲ ਨੂੰ ਦੇ ਰਿਹਾ ਰਾਇਲਟੀ, ਮਾਈਂਡ ਯੂ 12 ਕਰੋੜ ਰੁਪਇਆ ਭਰ ਰਿਹਾ ਉੱਥੇ। ਸੋ ਦੇਅਰਫੋਰ ਦਿਸ ਮੈਨ ਆਈ ਵੁੱਡ ਓਨਲੀ ਸੇ, ਬਿਕੋਜ਼ ਮੈਨੂੰ ਅਫਸੋਸ ਆਉਂਦਾ ਕਿ ਪੰਜਾਬ ਦੇ ਲੋਕਾਂ ਨੂੰ ਝਾਂਸਾ ਦੇ ਰਿਹਾ ਹੈ। ਔਰ ਇਹ ਪਹਿਲਾਂ ਕਹਿੰਦਾ 100 ਸੀਟਾਂ ਆਈਆਂ, ਕਿੰਨੀਆਂ ਸੀ ਪਿਛਲੀ ਵਾਰੀ 20, ਹੁਣ ਕਹਿੰਦਾ ਵਾ ਕਿੰਨੀਆਂ, ਹੁਣ ਐਤਕੀ ਕੋਈ ਨੰਬਰ ਦੇ ਰਹੇ ਕਿ ਨਹੀਂ, 52 ਹੁਣ ਕਰੇ ਨਹੀਂ 75 ਸੀਟਾਂ ਕਹਿਤੀਆਂ ਜੀ, ਸਰਕਾਰ ਬਣਾ ਰਹੇ ਆ, ਹੁਣ ਸਰਕਾਰ ਬਣਾਉਣ ਤੇ ਆ ਗਿਆ। ਦੇਖੋ ਮੈਂ ਤੁਹਾਨੂੰ ਦੱਸ ਦੇਣਾ, ਮੇਰੀ ਜਿਹੜੀ ਮੇਰਾ ਜਿਹੜਾ ਐਕਸਪੀਰੀਅੰਸ ਹੈ ਨਾ, ਜਿੱਦਾਂ ਜਿੱਦਾਂ ਇਲੈਕਸ਼ਨ ਨੇੜੇ ਆਵੇਗੀ, ਕੈਂਡੀਡੇਟਸ ਦੇਖਣੇ ਲੋਕਾਂ ਨੇ, ਪਾਰਟੀ ਵੀ ਦੇਖਣੀ ਆ। ਜਦੋਂ ਕੈਂਡੀਡੇਟ ਦੇਖੇ ਉਹਨਾਂ ਨੇ, ਸਾਰੇ ਕੈਂਡੀਡੇਟ ਰੱਦੀ ਨੇ ਇਹਦੇ, ਮਾਫ ਕਰਨਾ, ਵਿਦ ਡਿਊ ਰਿਗਾਰਡਸ, 50% ਆਫ them are dust and you know what's it, ਕੂੜੇ ਨੂੰ ਕੀ ਕਹਿੰਦੇ ਅੰਗਰੇਜ਼ੀ 'ਚ ਮੈਂ ਭੁੱਲ ਗਿਆ ਹੁਣ, ਗਾਰਬੇਜ ਆਫ ਅਕਾਲੀ ਦਲ ਐਂਡ ਗਾਰਬੇਜ ਆਫ ਕਾਂਗਰਸ। ਗੁਰਦਾਸਪੁਰ ਜ਼ਿਲ੍ਹਾ ਦੇਖ ਲਓ, ਜਲੰਧਰ ਦੇਖ ਲਓ, ਹੁਸ਼ਿਆਰਪੁਰ ਦੇਖ ਲਓ, 50-60% ਬਿਲਕੁਲ ਬੰਦੇ ਅੱਜ ਲਿਆਂਦੇ ਪਾਰਟੀ 'ਚ, ਸਵੇਰੇ ਟਿਕਟ ਜੀ, ਮਤਲਬ ਅੱਜ ਰਾਤ ਤੱਕ ਕੁਲਵੰਤ ਜਿਹੜਾ ਜਨਤਾ ਲੈਂਡ ਵਾਲਾ, ਉਹ ਮਤਲਬ ਹੀ ਕੁਡ ਹੈਵ ਬੀਨ ਮਾਫੀਆ, ਹੀ ਕੁਡ ਹੈਵ ਬੀਨ ਲੈਂਡ ਸ਼ਾਰਕ, ਅੱਜ ਆ ਗਿਆ ਤਾਂ ਉਹ ਆਮ ਆਦਮੀ ਬਣ ਗਿਆ ਜੀ। ਬਿਲਕੁਲ ਸਵੇਰੇ ਦੇਖੋ ਗੱਲ ਇਹ ਹੈ ਕਿ ਬੜਾ ਅੱਛਾ ਤੁਸੀਂ ਪੁਆਇੰਟ ਰੇਜ਼ ਕੀਤਾ। ਮੈਂ ਨਾ ਤੁਹਾਨੂੰ ਸਾਰਿਆਂ ਨੂੰ ਫਿਰ ਹੰਕਾਰ ਨਾ ਸਮਝ, ਤੁਹਾਨੂੰ ਕਈਆਂ ਨੂੰ ਨਾ ਮੇਰੀ ਬੋਡੀ ਲੈਂਗੁਏਜ ਤੋਂ ਲੱਗਦਾ, ਬਿਕੋਜ਼ ਮੈਨੂੰ ਲੱਗਦਾ ਕਿ ਮੇਰੇ ਹਿਲਜੁਲ ਕਰਨ ਦੇ ਤਰੀਕੇ ਕੁਝ ਇਸ ਤਰ੍ਹਾਂ ਦੇ ਨੇ ਕਿ ਲੋਕਾਂ ਨੂੰ ਲੱਗਦਾ ਕਿ ਮੈਂ ਬਹੁਤ ਆਕੜ ਰੱਖਦਾ। ਮੇਰੀ ਗੱਲ ਸੁਣਿਓ, ਮੈਂ 6ਵੀਂ ਇਲੈਕਸ਼ਨ ਲੜ ਰਿਹਾ, ਮੈਂ 6ਵੀਂ 5 ਇਲੈਕਸ਼ਨ ਮੈਂ ਕਾਂਗਰਸ ਦੇ ਸਿੰਬਲ ਤੇ ਲੜਿਆ, ਇੱਕ ਵਾਰੀ ਵੀ ਦਿੱਲੀ ਨਹੀਂ ਗਿਆ ਯਾਰ। ਅੱਜ ਵੀ ਬੈਠੇ ਨਾ ਦਿੱਲੀ ਲੋਕੀ, ਅੱਜ ਬੈਠੇ ਨਾ ਬੜੇ ਵੱਡੇ ਵੱਡੇ ਬੰਦੇ ਬੈਠੇ ਨੇ, ਅਮੀਰ ਆਦਮੀ ਬੈਠੇ ਨੇ, ਮੈਂ ਦਿੱਲੀ ਨਹੀਂ ਗਿਆ ਅੱਜ ਤੱਕ। ਹੰਕਾਰ ਨਾ ਸਮਝੋ, ਬਟ ਬਿਕੋਜ਼ ਆਈ ਹੈਡ ਵਰਕਡ, ਬਿਕੋਜ਼ ਪੀਪਲ ਲਵਡ ਮੀ। ਲੋਕਾਂ ਨੂੰ ਪਤਾ ਸੀਗਾ ਕਿ ਯਾਰ ਇਹ ਬੰਦਾ ਮਤਲਬ 100 ਗਲਤੀਆਂ ਕਰ ਸਕਦਾ, ਪਾਰਟੀ ਵੀ ਬਣਾ ਲਈ, ਬਠਿੰਡਿਓਂ ਵੀ ਲੜ ਲਿਆ, ਉਧਰ ਵੀ ਚਲੇ ਗਿਆ, ਅਸਤੀਫਾ ਵੀ ਦੇ ਦਿੱਤਾ, ਬੇਈਮਾਨ ਨਿਗਾ ਬੰਦਾ ਹੈ, ਦੇ ਹੈਵ ਫੇਥ ਇਨ ਮੀ। ਇੱਕ ਵਾਰੀ ਵੀ ਨਹੀਂ ਗਿਆ ਮੈਂ। ਔਰ ਮੈਨੂੰ ਸਭ ਤੋਂ ਵੱਡੀ ਅਚੀਵਮੈਂਟ, ਮੈਨੂੰ ਤੁਸੀਂ ਕਿਹਾ ਨਾ ਕਾਂਗਰਸ ਨੇ ਮਦਦ ਨਹੀਂ ਕੀਤੀ, ਕਾਂਗਰਸ ਦੇ ਇਸ ਫੈਸਲੇ ਨੇ ਮੇਰਾ ਪੂਰਾ ਜਿਹੜਾ ਗਿਲਾ ਸੀ ਤੇ ਮੇਰਾ ਗੁੱਸਾ ਸੀਗਾ ਉਹ ਖਤਮ ਕਰ ਦਿੱਤਾ। ਮਤਲਬ ਗਿਵਨ ਨੋ ਟਿਕਟ, ਇਟਸ ਅਬਾਊਟ ਆਨਰਿੰਗ ਅ ਪਰਸਨ, ਇਟਸ ਨਾਟ ਅਬਾਊਟ ਟਿਕਟ। ਟਿਕਟ ਤਾਂ ਮਤਲਬ ਟਿਕਟਾਂ ਤੇ ਲੈਣ ਨੂੰ ਲੋਕੀ ਕਈ ਕੁਛ ਹੀਲੇ ਵਸੀਲੇ ਕਰਦੇ ਨੇ, ਮੈਨੂੰ ਬਗੈਰ ਪਹੁੰਚੇ, ਬਗੈਰ ਗਏ, ਅੰਦਰ ਬੈਠੇ ਇਲਜ਼ਾਮਾਂ ਮੇਰੇ ਤੇ ਬੁਛਾਰ ਹੋ ਰਹੀ ਆ ਤੇ ਮੈਨੂੰ ਟਿਕਟ ਦੇ ਦਿੱਤੀ। ਇਹਦੇ ਨਾਲੋਂ ਜ਼ਿਆਦਾ ਕੀ ਹੋ ਸਕਦਾ? ਨਹੀਂ, ਪੰਜਾਬ ਦੀ ਫੀਡਬੈਕ ਤਾਂ ਪੰਜਾਬ ਤੋਂ ਜਾਣੀ ਹੈ ਨਾ। ਮੇਰੀ ਗੱਲ ਸੁਣੋ, ਇੱਧਰ ਹਾਈ ਕਮਾਂਡ ਨੇ
ਮੇਰਾ ਸਾਥ ਦਿੱਤਾ ਤੇ ਫੀਡਬੈਕ ਸਾਰੀ ਪੰਜਾਬ ਦੀ ਲੀਡਰਸ਼ਿਪ ਨੇ ਦਿੱਤੀ ਹੈ। मेरा साहब अरविंद केजरीवाल अभी कह रहे हैं कि केवल भगवंत मान ईमानदार है और जितने भी नेता हैं सारे बेईमान। चलो वो जो भी कहते हैं भाई साहब मैं उनको कहने देता हूँ, लेकिन मेरे को एक बात बताओ कि जो सर्वे कराया भगवंत मान का उसका डाटा क्यों नहीं देता केजरीवाल? डरता क्यों है? राघव चड्ढा हर रोज़ बैठता है यहाँ, सुबह शाम बैठता है और पता नहीं क्या क्या इल्ज़ाम लगाता है दूसरों की तरफ। उसको पूछो तुम डाटा क्यों नहीं देते? उसके नाम पे है नंबर, उसके नाम के ऊपर ये नंबर है रजिस्टर्ड। उसको बोलो अपना कॉल रिकॉर्ड दे। जे कहते ਅਸੀਂ ਏਡੇ ਟਰਾਂਸਪੇਰੈਂਟ ਆ, ਅਸੀਂ ਇਮਾਨਦਾਰ ਆ, ਬਾਕੀ ਤਾਂ ਸਾਲਾ ਰਹਿ ਹੀ ਨਹੀਂ ਕੋਈ ਗਿਆ, ਤੇ ਕੱਢੋ ਰਿਆਓ ਰਿਕਾਰਡ ਦਿਓ ਤੁਹਾਡਾ 93 ਪੈਸੇ ਕਿੱਥੋਂ ਲੱਭਾ ਇੱਥੇ 21 ਲੱਖ ਕਾਲ ਸਿੱਧੂ ਨੇ ਦੱਸਿਆ ਨਾ ਸਾਰਾ ਕੁਝ। ਇਜ਼ ਇਟ ਪੋਸੀਬਲ, ਹਿਊਮਨਲੀ ਪੋਸੀਬਲ? ਇਜ਼ ਇਟ ਇਵਨ ਮੈਕੈਨਿਕਲੀ ਪੋਸੀਬਲ ਟੂ ਜਸਟ ਇਨ 5 days ਯੂ ਗੈਟ 21 ਲੱਖ ਕਾਲਸ? ਆਈ ਥਿੰਕ ਅਗਰ ਮੈਂ ਗਲਤ ਨਾ ਹੋਵਾਂ ਮੈਨੂੰ ਲੱਗਦਾ ਕੋਈ 40-50 ਕਾਲ ਸੈਂਟਰ ਚਾਹੀਦੇ ਸੀ ਰਨਿੰਗ 24 ਆਵਰਸ ਅ ਡੇ। ਤੇ ਹੁਣ ਰਾਘਵ ਚੱਡਾ ਕਿਸੇ ਨੇ ਰਿਬਟਲ ਕੀਤਾ? ਦੱਸੋ ਮੈਨੂੰ ਤੁਹਾਡੇ ਚੋਂ। ਭਗਵੰਤ ਮਾਨ ਨੂੰ ਪੁੱਛਿਆ ਤੁਸੀਂ ਵੀ ਪੋਲਾ ਪੁੱਛਦੇ ਹੋ, ਪੁੱਛਦੇ ਨਹੀਂ ਚੱਜ ਨਾਲ। ਜੇ ਤੁਸੀਂ ਇੱਕ ਮਗਰ ਪੁੱਛ ਪਏ ਜੋ ਕਿ ਸਾਡਾ ਦਿਓ ਇੱਥੇ ਕਿੱਥੇ ਆ, ਕਿਸੇ ਰਾਘਵ ਚੱਡਾ ਨੇ ਦਿੱਤਾ ਰਿਕਾਰਡ? ਬਿਕੋਜ਼ ਦੇ ਹੈਵ ਨੋ ਰਿਕਾਰਡ ਐਟ ਆਲ। ਇਟ ਇਜ਼ ਅ ਕੰਪਲੀਟ ਮੌਕ ਐਕਸਰਸਾਈਜ਼। ਨਹੀਂ ਚਲੋ ਅਸੀਂ ਤਾਂ ਜਿਹੜਾ ਸਰਵੇ ਕਰਾਈਏ ਇਹ ਤਾਂ ਇਹਨੇ ਅਨਾਉਂਸ ਕੀਤਾ ਨਾ ਕਿ ਅਸੀਂ ਲੋਕਾਂ ਤੋਂ ਰਾਏ ਲੈ ਰਹੇ ਹਾਂ, ਔਰ ਸਿੱਧੂ ਤੇ ਕਹਿਤਾ ਜੀ 3 ਪੈਸੇ ਆ ਜੀ। ਕਿੱਥੇ ਲਿਖਿਆ 3 ਪੈਸੇ? ਦਿਖਾਵੇ। ਉਹਨਾਂ ਕਹ ਦਿਖਾ ਕਿੱਥੇ 3 ਪੈਸੇ ਰਾਏ ਆਏ ਸਿੱਧੂ ਦੀ। ਆਪਣੇ ਆਪ ਨੂੰ ਲੈ ਲੈ 12 ਪੈਸੇ ਐਵੇਂ ਜਾਣ ਕੇ ਝੂਠਾ ਸੱਚਾ ਸਾਬਤ ਹੋਣ ਲਈ। ਔਰ ਮੇਰੀ ਗੱਲ ਸੁਣਿਓ, ਇਹ ਕਹਿੰਦਾ ਭਗਵੰਤ ਮਾਨ ਨੇ 90% ਸੀਟਾਂ ਤੇ। ਉਹਨੂੰ ਕਹ ਸਹੁੰ ਖਾ ਕੇ ਭਗਵੰਤ ਮਾਨ ਨੂੰ ਕਹੋ, ਸਹੁੰ ਖਾ ਕੇ, ਮਾਤਾ ਵਾਲੀ ਸਹੁੰ ਨਹੀਂ, ਅਸਲੀ ਸਹੁੰ ਖਾ ਕੇ ਕਹਿ ਦੇ ਕਿ ਮੈਂ ਇੱਕ ਵੀ ਟਿਕਟ ਦਵਾਈ ਆ, ਇੱਕ ਵੀ ਟਿਕਟ ਭਗਵੰਤ ਮਾਨ ਦੇ ਨਾਮ ਤੇ ਰਿਕਮੈਂਡੇਸ਼ਨ ਤੇ ਦਿੱਤੀ ਹੋਵੇ, ਜੋ ਕਹੋਗੇ ਮੈਂ ਤੁਹਾਨੂੰ ਦੇਣ ਦਾ। ਮੈਨੂੰ ਪਤਾ ਨਾ ਇਹਨਾਂ ਦੀ ਵਰਕਿੰਗ ਦਾ। 150 ਬੰਦਾ ਤਾਂ ਯੂਪੀ ਦਾ ਆਣ ਕੇ, ਦਿੱਲੀ ਦਾ ਬੈਠਾ ਇੱਥੇ ਆਣ ਕੇ। ਇਹਨਾਂ ਦੇ ਵਿਚਾਰਿਆਂ ਦੇ, ਇਹਨਾਂ ਦੇ ਲੀਡਰ ਦੇ ਕਿਸੇ ਦੇ ਵੱਸ ਕੁਛ ਨਹੀਂਗਾ। ਭਗਵੰਤ ਮਾਨ ਨੇ ਕਿਸੇ ਇੱਕ ਬੰਦੇ ਦੀ ਟਿਕਟ ਵੀ ਨਹੀਂ ਦਵਾਈ, ਇੱਕ ਦੀ ਵੀ। ਐਨੀ ਸਿੰਘ 90% ਕੇਜਰੀਵਾਲ ਝੂਠ ਬੋਲ ਕੇ ਗਿਆ ਕਿ ਕੇਜਰੀਵਾਲ ਇੱਕ ਮਿੰਟ ਕੇਜਰੀਵਾਲ ਨੇ ਝੂਠ ਬੋਲਿਆ। ਅਨਦਰ ਲਾਏ ਕਿ ਭਗਵੰਤ ਮਾਨ ਦੇ ਕਹਿਣ ਤੇ ਅਸੀਂ 90% ਸੀਟਾਂ ਦਿੱਤੀਆਂ ਨੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਚੱਲਦੀ ਹੈ ਤਾਂ ਉਹ ਭਗਵੰਤ ਮਾਨ ਨੂੰ ਸਵਾਲ ਕੀਤੇ ਜਾਂਦੇ ਆ, ਰਾਘਵ ਚੱਡੇ ਨੂੰ ਸਵਾਲ ਕੀਤੇ ਜਾਂਦੇ ਆ, ਪ੍ਰੈਸ ਵਾਰਤਾਲਾਪ ਵਿਚਾਲੇ ਛੱਡ ਕੇ ਚਲੇ ਜਾਂਦੇ ਆ। ਭਵਿੱਖ ਦੇ ਵਿੱਚ ਤੁਸੀਂ ਇਹ ਜਿਹੜੀ ਲੜਾਈ ਹੈ ਲੜੋਗੇ? ਬਹੁਤ ਵੱਡਾ ਸਵਾਲ ਇਹਨਾਂ ਨੇ ਚੱਕਿਆ ਵਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ। ਇੱਕ ਮਖੌਟਾ ਕੇਜਰੀਵਾਲ ਦਾ ਹੋਰ ਬੇਨਕਾਬ ਹੋਇਆ ਵਾ, ਤਕੜਾ ਬੇਨਕਾਬ ਹੋਇਆ ਵਾ। ਸਿੱਖਾਂ ਨੂੰ ਮੈਂ ਕਹਿਣਾ ਚਾਹੁੰਦਾ, ਜੇ ਅੱਜ ਵੀ ਤੁਹਾਡੀਆਂ ਅੱਖਾਂ ਨਹੀਂ ਖੁੱਲ੍ਹਦੀਆਂ, ਤੁਹਾਡੇ 100 ਹੋਰ ਗੁਨਾਹਗਾਰ ਹੋਣਗੇ, ਦੋਸ਼ੀ ਹੋਣਗੇ, ਨਾ ਪਾਇਓ ਵੋਟਾਂ। ਇਹ ਬੰਦਾ ਜਿਹੜਾ ਤੁਹਾਡੇ ਉਸ ਬੰਦੇ ਨੂੰ, ਜਿਹੜਾ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਹੈਜ਼ ਕੰਪਲੀਟਡ ਅ ਸੈਂਟੈਂਸ ਐਂਡ ਹੀ ਇਜ਼ ਨਾਟ ਮੈਂਟਲੀ ਇਨ ਗੁੱਡ ਹੈਲਥ। ਇਹ ਬੰਦੇ ਨੂੰ ਉਹਦੇ ਤੇ ਵੀ ਨਹੀਂ ਤਰਸ ਆਉਂਦਾ। ਫਾਈਲ ਇਹਦੇ ਕੋਲ ਪਈ ਹੈ ਟੇਬਲ ਤੇ। ਹੀ ਹੈਜ਼ ਨੋ he doesn't have that human angle, that sensitivity, that ਹੁਣ ਮੈਨੂੰ ਕਿਸੇ ਦੇ, ਤੁਹਾਡੇ 'ਚੋਂ ਕਿਸੇ ਦੇ ਕੋਈ ਫਰਜ਼ ਕਰੋ ਕੱਲ੍ਹ ਨੂੰ ਕੋਈ ਨੁਕਸਾਨ ਹੁੰਦਾ, ਕੋਈ ਸੱਟ ਲੱਗਦੀ, ਮੈਨੂੰ ਦੁੱਖ ਹੋਊਗਾ ਕਿ ਹਾਂ ਯਾਰ ਮਦਦ ਕਰੀਏ ਫਟਾਫਟ। ਇਹਦੇ ਮਨ ਵਿੱਚ ਕਿਸੇ ਦੀ ਕੋਈ ਦੁੱਖ ਦਰਦ ਨਹੀਂਗਾ। ਤੇ ਜੇ ਪ੍ਰੋਫੈਸਰ ਭੁੱਲਰ ਲਈ ਦੁੱਖ ਦਰਦ ਨਹੀਂਗਾ, ਜਿਹਨੇ ਇੰਨੀ ਲੰਬੀ ਸਜ਼ਾ ਕੱਟ ਲਈ ਆ, ਤੇ ਫਿਰ ਤੁਹਾਡੇ ਤੇ ਮੇਰੇ ਤੇ ਉਹਦੇ ਤੇ ਇਹਦੇ ਵਾਸਤੇ ਇਹਦੇ ਮਨ ਵਿੱਚ ਕਿੱਦਾਂ ਦੁੱਖ ਦਰਦ ਹੋਵੇ? ਇਹ ਸਿਰਫ ਐਕਸਪਲੋਇਟ ਕਰ ਰਿਹਾ ਲੋਕਾਂ ਨੂੰ, ਸਿਰਫ ਐਕਸਪਲੋਇਟ ਕਰ ਰਿਹਾ ਉਹਨਾਂ ਦੇ ਸੈਂਟੀਮੈਂਟਸ। ਮਾਰਕ ਮਾਈ ਵਰਡਸ, ਅਗਰ ਬਾਈ ਡਿਫਾਲਟ ਕਦੀ ਕਿਤੇ ਪੰਜਾਬ ਦੇ ਲੋਕਾਂ ਨੇ ਸਰਕਾਰ ਬਣਾ ਲਈ, ਇਹਦੇ ਕਰਿੰਦਿਆਂ ਨੇ ਸਰਕਾਰ ਚਲਾਉਣੀ ਆ, ਇੱਥੇ ਕਿਸੇ ਭਗਵੰਤ ਨੇ ਨਹੀਂ ਚਲਾਉਣੀ। ਉਹਨੂੰ ਕਿਹਾ ਭਗਵੰਤ ਨੂੰ ਇੱਕ ਮੰਤਰੀ ਵੀ ਆਪਣਾ ਬਣਾ ਕੇ ਦਿਖਾ ਦੂਗਾ, ਜੇ ਬਣਾ ਸਕੇ ਤਾਂ। ਇਹਦੇ ਉੱਥੋਂ ਲਿਸਟ ਆਉਣੀ ਆ, ਇੱਕ ਡਿਪਾਰਟਮੈਂਟ ਦੇ ਉੱਤੇ ਇੱਕ ਬੰਦਾ ਦਿੱਲੀੋਂ ਆਣ ਕੇ ਬੈਠੂਗਾ, ਡੀਫੈਕਟੋ ਚੀਫ ਮਿਨਿਸਟਰ ਹੋਊਗਾ ਕੇਜਰੀਵਾਲ ਆਪ। ਹਰ ਡਿਪਾਰਟਮੈਂਟ ਦੇ ਉੱਤੇ ਇੱਕ ਮੰਤਰੀ ਦੇ ਉੱਤੇ ਸ਼ੈਡੋ ਮਿਨਿਸਟਰ ਬਿਠਾਉਣਗੇ, ਇੱਕ ਫਾਈਲ ਐਗਜ਼ਾਮਿਨ ਕਰਨਗੇ। ਜਿੱਥੇ ਪੈਸੇ ਲੱਭਦੇ ਛੱਡਣਗੇ ਨਹੀਂ ਕਦੀ ਵੀ ਜ਼ਿੰਦਗੀ 'ਚ, ਤੇ ਜਿੱਥੇ ਦਾ ਲੱਗਦਾ ਵਾ ਉੱਥੇ ਹਰ ਕਿਸਮ ਦਾ ਦਾ ਲਾਉਣਗੇ। ਦੇਅਰਫੋਰ ਆਲ ਆਈ ਕੈਨ ਸੇ, ਬਿਕੋਜ਼ ਮੈਨੂੰ ਜਦੋਂ ਮੈਂ ਟੀਵੀ 'ਤੇ ਦੇਖਦਾ, ਮੈਨੂੰ ਇਹਦੇ 'ਤੇ ਬਹੁਤ ਚਿੜ ਆਉਂਦੀ ਹੈ ਕਿ ਕਿੱਦਾਂ ਦਾ ਬੰਦਾ ਯਾਰ ਝੂਠ ਬੋਲਦਾ। ਇਹਨਾਂ ਦਾ ਬੰਦਾ ਸਵੀਕਾਰ ਕਰੇ ਕਿ ਹਾਂ ਯਾਰ ਮੈਂ ਦਿੱਲੀ ਜਾ ਕੁਛ ਨਹੀਂ ਕੀਤਾ। ਭਗਵੰਤ ਮਾਨ ਦਾ ਤੁਸੀਂ ਜੇ ਪਿੱਛੇ ਨੂੰ ਜਾ ਕੇ ਇੱਕ ਵਾਰੀ ਨਿਗਾਹ ਮਾਰ ਕੇ ਦੇਖੋ, ਤੁਹਾਨੂੰ ਯਾਦ ਹੈ ਇੱਕ ਵਾਰ ਜਦੋਂ ਇਹਨੇ ਵਿਕਰਮ ਮਜੀਠੀਆ ਦੇ ਮੁੱਦੇ ਤੇ ਇੱਕ ਵਾਰੀ ਅਸਤੀਫਾ ਦੇ ਦਿੱਤਾ ਸੀਗਾ। ਇਹਨੂੰ ਪੁੱਛੋ ਅਸਤੀਫਾ ਵਾਪਸ ਕਿਉਂ ਲਿਆ ਤੂੰ?
ਮਾਫੀ ਵਾਪਸ ਹੋ ਗਈ ਸੀ ਕਿ ਕੇਜਰੀਵਾਲ ਨੇ ਇਹ ਤੋਂ ਮਾਫੀ ਮੰਗ ਲਈ ਸੀਗੀ ਐਂਡ ਹੀ ਵਾਸ ਲਾਈਂਗ। ਇਹ ਕਹਿੰਦਾ ਮੈਂ ਕੇਜਰੀਵਾਲ ਨਾਲ ਜੀ ਸਾਲ ਗੱਲ ਨਹੀਂ ਕੀਤੀ, 1.5 ਸਾਲ ਗੱਲ ਨਹੀਂ ਕੀਤੀ। ਕੇਜਰੀਵਾਲ ਇੱਥੇ ਪੰਜਾਬ ਆ ਕਹਿੰਦਾ ਮੈਂ ਤਾਂ ਦਿਨ 'ਚ 3 ਵਾਰੀ ਗੱਲ ਕਰਦਾ ਵਾਂ। ਯਾਰ ਝੂਠੇ ਨੂੰ ਝੂਠਾ ਟੱਕਰਿਆ ਹੋਇਆ ਵਾ। ਦੇਅਰਫੋਰ ਦਿਸ ਮੈਨ ਇਜ਼ ਔਰ ਮੈਂ ਭਗਵੰਤ ਬਾਰੇ ਇੱਕ ਟਿੱਪਣੀ ਕਰਨੀ ਆ। ਦੇਖੋ ਜ਼ਿਆਦਾ ਨਹੀਂ ਕੁਝ ਕਹਿਣਾ ਦੀ ਲੋੜ ਨਹੀਂ ਪੈਣੀ। ਜਿਹੜਾ ਬੰਦਾ ਆਪਣੀ ਮਾਂ ਦੀ ਸਹੁੰ ਖਾ ਕੇ ਤੇ ਹਜ਼ਾਰਾਂ ਬੰਦਿਆਂ ਦੀ ਹਾਜ਼ਰੀ ਸਹੁੰ ਖਾਂਦਾ ਕਿ ਮੈਂ ਮਾਤਾ ਤੇਰੇ ਸਿਰ ਦੀ ਸਹੁੰ ਖਾ ਕੇ ਕਹਿਣਾ ਮੈਂ ਮੁੜ ਕੇ ਸ਼ਰਾਬ ਨਹੀਂ ਪੀਊਂਗਾ, ਤੇ ਕੇਜਰੀਵਾਲ ਨੂੰ ਕਹਿੰਦਾ ਬਹੁਤ ਬੜੀ ਕੁਰਬਾਨੀ ਕੀ ਹੈ, ਤੇ ਜਾਂਦੇ ਹੀ ਨਾਲੀ 'ਚ ਮੂੰਹ ਪਰਲੇ ਪਾਸੇ। ਇਹ ਬੰਦੇ ਪੰਜਾਬ ਨੂੰ ਚਲਾਉਣਗੇ। ਇੱਕ ਬੰਦਾ ਗੱਲ ਕਰ ਲਓ। ਸਵਾਦ ਤਾਂ ਨਹੀਂ ਲੈ ਰਹੇ ਤੁਸੀਂ ਹੁਣ? ਮੇਰਾ ਖਿਆਲ देयर इज़ नो हार्म बीइंग डिसाइसिव। अगर कांग्रेस अपना चीफ मिनिस्टर ਦਾ ਚਿਹਰਾ ਉਤਾਰੇ ਮੈਦਾਨ ਦੇ ਵਿੱਚ ਤਾਂ ਮੈਨੂੰ ਲੱਗਦਾ ਵਾ ਕਿ ਲੋਕਾਂ ਦੇ ਵਿੱਚ ਮਨਾਂ 'ਚ ਕਲੈਰਿਟੀ ਆਵੇਗੀ। ਇੱਕ ਮਿੰਟ ਮੈਂ ਇਹਨਾਂ ਦਾ ਜਵਾਬ ਦੇਣਾ, ਤੁਹਾਡਾ ਵੀ ਦਿੰਦਾ ਜੀ। ਇਹਨਾਂ ਨੇ ਕਿਹਾ ਕਿ ਕਿਹੜਾ ਚਿਹਰਾ ਹੋਣਾ ਚਾਹੀਦਾ। ਦੇਖੋ ਮੈਂ ਸਮਝਦਾ ਕਿ ਜਿਹੜੇ ਚਿਹਰਿਆਂ ਦਾ ਜ਼ਿਕਰ ਹੋ ਰਿਹਾ ਬੜੇ ਸਾਰੇ ਕਾਬਿਲ ਨੇ, ਮੇਰੇ ਸਤਿਕਾਰਯੋਗ ਨੇ, ਮੇਰੇ ਵੱਡੇ ਭਰਾ ਨੇ, ਛੋਟੇ ਭਰਾ ਨੇ। ਮੈਂ ਕਿਸੇ ਪੱਖਪਾਤ 'ਚ ਨਹੀਂ ਪੈਂਦਾ। ਜੇ ਪਾਰਟੀ ਦੇ ਵਰਕਰਸ ਜੋ ਰਾਏ ਦੇਣਗੇ, ਜਿਸ ਨੂੰ ਸਾਡੀ ਪਾਰਟੀ ਚੀਫ ਮਿਨਿਸਟਰ ਦਾ ਚਿਹਰਾ ਅਪਾਇੰਟ ਕਰ ਦੇਗੀ, ਵੀ ਵਿਲ 100% ਸਪੋਰਟ, ਅਨਕੰਡੀਸ਼ਨਲੀ ਸਪੋਰਟ ਹਿਮ ਸੋ ਦੈਟ ਵੀ ਫਾਰਮ ਦ ਗਵਰਨਮੈਂਟ। ਐਂਡ ਇੱਦਾਂ ਦੇ ਜਿਹੜੇ ਬਾਹਰੋਂ ਬੰਦੇ ਆ ਕੇ ਹਮਲਾ ਕਰਨਾ ਚਾਹੁੰਦੇ ਉਹਨਾਂ ਦੇ ਨਾ ਕੀਤੇ ਜਾਵੇ। ਹਾਂਜੀ ਤੁਸੀਂ ਕਹਿ ਰਹੇ ਸੀ। देखो मैं पब्लिकली कुछ भी नहीं कहना चाहता जी। लेट द पार्टी डिसाइड, जो डिसाइड करे सोच समझ के करेंगे आपको। हाँ जी एक मिनट हाँ मेरा ख्याल है कि इट इज़ लिटिल अनफेयर टू अराइव एट दैट कंक्लूजन कि ये पैसा चन्नी दा वा। ਜਾਂ ਤਾਂ ਈਡੀ ਚੰਨੀ ਨੂੰ ਸਮਨ ਕਰੀ, ਫਿਰ ਆਪਣਾ ਬਣਦਾ ਵਾ ਕਹਿਣਾ ਕਿ ਚੰਨੀ ਸਾਹਿਬ ਦੱਸੋ ਕਿੱਥੇ ਜਵਾਬ ਤੁਹਾਡਾ ਪੈਸਾ ਹੈਗਾ। ਹਲੇ ਈਡੀ ਨੇ ਸਮਨ ਨਹੀਂ ਕੀਤਾ, ਪੈਸਾ ਕਿਸੇ ਦੇ ਘਰੋਂ ਮਿਲਿਆ ਵਾ। ਉਹ ਪੈਸਾ 10 ਕਰੋੜ ਇਹਦਾ ਮੇਰੇ ਰਿਸ਼ਤੇਦਾਰ ਨੇ, ਫਰਜ਼ ਕਰੋ ਤੁਹਾਡਾ ਰਿਸ਼ਤੇਦਾਰਾਂ ਦਾ ਨੈਟਵਰਕ ਹੈ, ਕੋਈ ਬੰਦਾ ਆਪਣੇ ਬਿਜ਼ਨਸ ਕਰ ਰਿਹਾ, ਵਪਾਰ ਕਰ ਰਿਹਾ, ਤੁਹਾਡੀ ਨੌਲੇਜ ਤੋਂ ਥੋੜ੍ਹਾ ਦੱਸਦਾ ਸਾਰਾ ਕੁਝ। ਉਹਦੇ ਘਰੋਂ ਕੁਝ ਪੈਸੇ ਮਿਲ ਗਏ ਜਾਂ ਤਾਂ ਉਹ ਵੀ ਬੰਦਾ ਬਿਆਨ ਦੇਵੇ ਕਿ ਚੰਨੀ ਦੇ ਪੈਸੇ ਆ, ਤਾਂ ਵੀ ਕੋਈ ਗੱਲ ਬਣਦੀ ਸੀ। ਕਿਸੇ ਨੇ ਬਿਆਨ ਨਹੀਂ ਦਿੱਤਾ, ਕਿਸੇ ਈਡੀ ਨੇ ਪੁੱਛਿਆ ਨਹੀਂ। ਐਂਡ ਦਿਸ ਇੰਨਾ ਸ਼ੋਰਗੁਲ ਮਚਾਇਆ ਜਾ ਰਿਹਾ ਕਿ ਚੰਨੀ ਦੇ ਪੈਸੇ, ਚੰਨੀ ਨੇ ਡਿਨਾਈ ਕਰਤਾ। ਹੁਣ ਜਾਂ ਤਾਂ ਚੰਨੀ ਨੂੰ ਕੋਈ ਅੱਗੇ ਕਿਸੇ ਫਰਦਰ ਇਨਵੈਸਟੀਗੇਸ਼ਨ ਵਿੱਚ ਬੁਲਾਉਣਗੇ ਜਾਂ ਕੋਈ ਹੋਰ ਤੱਥ ਪੇਸ਼ ਸਾਹਮਣੇ ਆਉਣਗੇ। ਮੈਂ ਵੀਡੀਓ ਸੁਣੀ ਉਹ ਅਬਾਊਟ ਲੋਅਰ ਕੈਟੇਗਰੀ ਨਾ ਲੋਕ ਨੇ ਜਿਹੜੇ ਖੱਡਾਂ ਦੀ ਗੱਲ ਕਰ ਰਹੇ ਜਾ ਕੇ। ਐਂ ਤਾਂ ਐਂ ਕਰੋ 3 ਕਰੋੜ ਆਬਾਦੀ ਆ, ਮੇਰੇ ਮੁਤਲਕ ਕੋਈ 3 ਬੰਦੇ ਰਿਕਾਰਡ ਕਰ ਲਓ ਗੱਲ, ਤੇ ਖੈਰੇ ਨੇ ਸਾਨੂੰ ਕਿਹਾ ਸੀਗਾ ਫਲਾਨੀ ਸਾਡਾ ਕੰਮ ਕਰਾ ਦੇ, ਰੁਪਈਆ ਦੇਵਾਂਗੇ 15 ਕਰੋੜ। It's that sort of a gossip. ਨਹੀਂ ਮੈਂ ਤਾਂ ਸਵਾਲ ਰਾਣੇ ਤੇ ਤਾਂ ਚੱਕ ਰਿਹਾ ਨਾ ਜੀ ਕਿ ਉਹ ਦੇਖੋ ਇੱਕ ਪਾਸੇ ਮਿਨਿਸਟਰ ਬਣਿਆ ਹੋਇਆ, ਦੇਖੋ ਕਿੱਡਾ ਬੇਸ਼ਰਮ ਬੰਦਾ ਵਾ। ਪੁੱਛਾਂ ਤਾਂ ਕਰਕੇ ਮਿਨਿਸਟਰ ਬਣ ਕੇ ਟੀਵੀ ਤੇ ਆਣ ਕੇ ਬੋਲਦਾ ਮੈਂ ਤਾਂ ਹੱਸਵੇਂ। ਇੱਕ ਪਾਸੇ ਮਿਨਿਸਟਰ ਬਣਿਆ ਹੋਇਆ ਹੈ ਕਾਂਗਰਸ ਦਾ, ਉਹਦੀ ਗੱਡੀ ਦਾ ਪੈਟਰੋਲ ਪਾਉਂਦਾ ਆਪਣੀ ਗੱਡੀ 'ਚ, ਉਹੀ ਪੈਟਰੋਲ ਦੇ ਨਾਲ ਜਾ ਕੇ ਆਪਣੇ ਮੁੰਡੇ ਦੀ ਵਕਾਲਤ ਕਰਦਾ ਬਤੌਰ ਆਜ਼ਾਦ ਉਮੀਦਵਾਰ। ਇਹਦੇ ਨਾਲੋਂ ਜ਼ਿਆਦਾ ਕੀ ਕਹਿੰਦੇ ਹੁੰਦੇ ਆ, ਅਹਿਸਾਨ ਫਰਾਮੋਸ਼ ਕਿ ਨਹੀਂ, ਕੀ ਅਕਿਰਤ ਘਾਣ। ਉਹ ਜਿਹੜਾ ਯਾਰ ਕਾਂਗਰਸ ਦਾ ਮਿਨਿਸਟਰ ਤੇ ਸੁਲਤਾਨਪੁਰ 'ਚ ਕਾਂਗਰਸ ਨੂੰ ਹਰਾਉਣ ਚੱਲਿਆ, ਗੱਡੀ 'ਚ ਤੇਲ ਵੀ ਕਾਂਗਰਸ ਦਾ ਵਾ, ਤਾਂ ਮੈਂ ਅਪੋਜ਼ ਕਰਦਾ। पंजाब बदलाव के लिए आम आदमी को भगवंत मान ने कल कहा था कि 19 साल कांग्रेस रहे और बाकी टाइम अकाली रहे। आप आम आदमी पार्टी में रह के आए हो, केजरीवाल को जेल में आए हो, तो आप पंजाब की जनता से क्या कहना भाई साहब? मैं पहला कह ਦਿੱਤਾ ਪੰਜਾਬ ਨੂੰ ਕਿ ਇਹਨਾਂ ਦੇ ਝਾਂਸੇ 'ਚ ਨਾ ਆਇਓ। ਇਹ ਸਭ ਜ਼ੁਬਾਨੀ ਕਲਾਮੀ ਗੱਲਾਂ ਨੇ ਜੀ ਸਾਰੀਆਂ। ਦਿੱਲੀ ਦਾ ਟਰੈਕ ਰਿਕਾਰਡ ਜਿਹੜਾ ਇਹ ਪੇਸ਼ ਕਰ ਰਹੇ ਹੋ, ਪੰਜਾਬ ਨਾਲ ਕੋਈ ਤਾਲੁਕ ਨਹੀਂ ਗਾ। ਪੰਜਾਬ ਦੇ ਮੁੱਦੇ ਹੋਰ ਨੇ, ਫਾਰਮਰਸ ਡੈਟ ਆ, ਫਾਰਮਰ ਸੁਸਾਈਡ ਆ, ਸਾਡੇ ਪਾਣੀ ਦਾ ਮਸਲਾ ਵਾ, ਸਾਡੀ ਆਬੋ ਹਵਾ ਦਾ ਮਸਲਾ ਵਾ। ਔਰ ਇਹ ਬੰਦਾ ਜਿਹੜਾ ਹੈਗਾ, ਹਾਊ ਕੈਨ ਹੀ ਜਸਟ ਟਾਕ ਅਬਾਊਟ ਪੰਜਾਬ ਵੈਨ ਇਜ਼ ਐਂਟੀ ਪੰਜਾਬ। ਆ ਪਰਾਲੀ ਦਾ ਸਾਰਾ ਪਰਚੇ ਕਿਹਨੇ ਦਰਜ ਕਰਾਇਆ ਜਿਹੜਾ ਕਾਨੂੰਨ ਬਣਾਇਆ ਸੀ ਕੇਜਰੀਵਾਲ ਸਾਹਿਬ ਨੇ? ਤੁਸੀਂ ਦੱਸੋ ਮੈਨੂੰ, ਪੰਜਾਬ ਦਾ ਧੂਆਂ ਕਿੱਦਾਂ ਹਰਿਆਣੇ ਨੂੰ ਟੱਪ ਕੇ ਕਿਸੇ ਬਕਸੇ 'ਚ ਪਾ ਕੇ ਅਸੀਂ ਛੱਡੇ ਹੋਣੇ ਦਿੱਲੀ ਦੇ ਵਿੱਚ? ਹੀ ਵਾਜ਼ ਅਕਿਊਜ਼ਿੰਗ ਪੰਜਾਬ ਟਿਲ ਦੈਨ। ਔਰ ਪੰਜਾਬ ਨੂੰ ਹਰ ਗੱਲ ਦੇ ਉੱਤੇ ਇਹ ਨੁਕਤਾਚੀਨੀ ਕਰਦਾ। ਕਿਸਾਨਾਂ ਦੇ 3 ਕਾਨੂੰਨ, ਆ ਵਾਲੀਆ, ਸਤਵੀਰ ਵਾਲੀਆ ਕੋਲ RTI ਆ, ਤੁਸੀਂ ਲੈ ਲਿਓ ਪਲੀਜ਼।
ਜਿਹੜੇ 3 ਕਾਨੂੰਨ ਨੋਟੀਫਾਈ ਕੀਤੇ ਸਭ ਤੋਂ ਪਹਿਲਾਂ ਦਿੱਲੀ ਦੀ ਸਰਕਾਰ ਨੇ ਨੋਟੀਫਾਈ ਕੀਤਾ, ਆਰਟੀਆਈ ਚ ਆਈ ਇਨਫੋਰਮੇਸ਼ਨ। ਦੇਅਰਫੋਰ ਮੈਂ ਪੰਜਾਬ ਦੇ ਲੋਕਾਂ ਨੂੰ ਰਿਪੀਟਡਲੀ ਕਹੂੰਗਾ, ਆਰਟੀਆਈ ਇਨਫੋਰਮੇਸ਼ਨ ਮੈਂ ਨਹੀਂ ਬਣਾਈ ਆਪਣੇ ਕੋਲੋਂ। ਯੂ ਕੈਨ ਆਸਕ ਹਿਮ, ਟੇਕ ਹਿਸ ਇੰਟਰਵਿਊ ਲੇਟਰ ਔਨ। ਕਿੰਨੀਆਂ ਆਰਟੀਆਈਜ਼ ਹੈ ਜੀ? ਦੇਖੋ 17 ਤੋਂ 18 ਨੇ, ਬਹੁਤ ਕੁਝ ਹੈ। 18 ਆਰਟੀਆਈਜ਼ ਨੇ ਦਿੱਲੀ ਦੀ ਸਰਕਾਰ ਦੇ ਮੁਤਲਕ, ਜਿਹੜਾ ਉਹਨਾਂ ਦਾ ਝੂਠ ਬੇਨਕਾਬ ਕਰਦੀਆਂ ਨੇ, ਨੌਕਰੀਆਂ ਨੂੰ ਲੈ ਕੇ, ਸਕੂਲਾਂ ਨੂੰ ਲੈ ਕੇ, ਹੈਲਥ ਕੇਅਰ ਨੂੰ ਲੈ ਕੇ, ਇਹ ਸਾਰੀਆਂ ਗੱਲਾਂ ਨੂੰ ਲੈ ਕੇ ਇਹ ਕਰਦੇ ਨੇ। ਨਹੀਂ, ਦਿੱਲੀ ਦੇ ਲੋਕ ਪਾ ਦੇਣ, ਮੈਨੂੰ ਤਾਂ ਕੋਈ ਇਤਰਾਜ਼ ਨਹੀਂਗਾ ਜੀ, ਕੀਤਾ ਨਹੀਂ ਕੀਤਾ ਉਹ ਹੁਣ ਝਾਂਸੇ ਚ ਆ ਰਹੇ ਨੇ। ਆਈ ਐਮ ਓਨਲੀ ਸੇਇੰਗ ਕਿ ਇਸ ਤਰ੍ਹਾਂ ਦੇ ਆਦਮੀ ਨੂੰ, ਜਿਹੜੇ ਪੰਜਾਬ ਐਂਟੀ ਪੰਜਾਬ ਨੇ, ਜਿਹੜੇ ਐਂਟੀ ਸਿੱਖ ਵੀ ਨੇ, ਜਿਹੜੇ ਲੋਕਾਂ ਨਾਲ ਚੀਟਿੰਗ ਕਰ ਰਹੇ ਨੇ, ਇੱਥੇ ਪੰਜਾਬ 'ਚ ਆਣ ਕੇ ਦੋਗਲੀ ਰਾਜਨੀਤੀ ਕਰ ਰਹੇ ਨੇ, ਜਿਹੜੇ ਝੂਠੇ ਸਰਵੇ ਕਰਾ ਕੇ ਲੋਕਾਂ ਦੀ ਅੱਖਾਂ 'ਚ ਧੂੜ ਪਾ ਰਹੇ ਨੇ, ਉਹਨਾਂ ਤੋਂ ਬਚ ਜਾਓ। ਮੈਨੂੰ ਦਿੱਲੀ ਦਾ ਕੀ, ਮੈਂ ਦਿੱਲੀ ਵਾਲੀ ਤਾਂ 3 ਵਾਰੀ ਹੋਰ ਬਣਾਉਣ ਜੀ, ਉਹਨਾਂ ਨੇ ਧੋਖਾ ਖਾਣਾ ਖਾਈ ਜਾਣ ਜੀ। ਐਮਪੀ ਦੀ ਇੱਕ ਸੀਟ ਕਿਉਂ ਨਹੀਂ ਦਿੰਦੇ ਉਹਨਾਂ ਨੂੰ? ਐਮਪੀ ਦੀ ਇਹਨਾਂ ਨੂੰ ਦਿੱਲੀ 'ਚ 7 ਸੀਟਾਂ ਤੇ ਕਿਉਂ ਨਹੀਂ ਦਿੰਦੇ? ਤੈਨੂੰ ਆਮ ਆਦਮੀ ਪਾਰਟੀ ਹਾਂ ਹਾਂਜੀ ਸੌਰੀ 100% ਮੈਂ ਬਸ ਕੱਲ੍ਹ ਹੀ ਜਾ ਰਿਹਾ ਹਾਂ। ਇਸ ਹੈਂਕੜਬਾਜ਼ ਨੂੰ ਮੈਂ ਦੱਸ ਕੇ ਆਊਂਗਾ ਕਿੱਧਰ ਨੂੰ ਚੱਲਦੀ ਹਵਾ। ਇਹ ਸਾਰਾ ਪੈਸੇ ਦੇ ਜ਼ੋਰ ਤੇ ਰਾਜਨੀਤੀ ਕਰਦੇ ਨੇ, ਹੋਰ ਕੁਝ ਨਹੀਂ ਇਹਦੇ ਕੋਲ। ਟੈਲ ਮੀ, ਇਹਨੂੰ ਪੁੱਛੋ ਰਾਣੇ ਗੁਰਜੀਤ ਨੂੰ, ਕਦੀ ਕਿਸੇ ਯੁਆਪਾ ਦੇ ਲੜਾਈ ਲੜੀ ਆ? ਕਦੀ ਕਿਸੇ ਬੇਗੁਨਾਹ ਦੇ ਵਾਸਤੇ ਖੜਾ ਹੋਇਆ? ਕਦੀ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜੀ ਆ? ਸਿਉਂਕ ਪਿੰਡ ਵਿੱਚ 150 ਕਿੱਲਾ ਜ਼ਮੀਨ ਹੈ, ਫਰਜ਼ੀ ਰਜਿਸਟਰੀਆਂ, ਫਰਜ਼ੀ ਗਰਦੌਰੀਆਂ। ਕਦੀ ਇਸਨੇ ਲੜਾਈ ਲੜੀ ਲੋਕਾਂ ਦੀ? ਅੱਛਾ ਐਂ ਕਰੋ, ਇਹਨੂੰ ਪੁੱਛੋ ਬੀਜੇਪੀ ਦੇ ਖਿਲਾਫ ਬੋਲ ਕੇ ਦਿਖਾਓ, ਮੈਨੂੰ ਮੰਨ ਜੂ ਮੈਂ ਜੇ ਰਾਣਾ ਗੁਰਜੀਤ ਬੀਜੇਪੀ ਦੇ ਖਿਲਾਫ ਬੋਲਦੇ। ਯੋਗੀ ਤੋਂ ਮਿਲਾਂ ਬੰਦ ਕਰਾਉਣੀਆਂ 4 ਸ਼ੂਗਰ ਦੀਆਂ ਉੱਥੋਂ ਯੂਪੀ ਤੋਂ, ਇਹਨੂੰ ਕਹਾ ਬੋਲ ਕੇ ਦਿਖਾਵੇ ਸੁਖਬੀਰ ਬਾਦਲ ਦੇ ਖਿਲਾਫ। ਕਿੱਦਾਂ ਬੋਲ ਜੂਗਾ? ਜਿਹੜਾ ਬੰਦਾ ਚੋਰ ਹੁੰਦਾ, ਇਸ ਬੰਦੇ ਨੇ ਉਹ ਡਿਸਟਿਲਰੀ ਲਾਈ ਨਾ ਲੋਕੇ ਦੀ, ਉਹ ਸੁਖਬੀਰ ਬਾਦਲ ਦੀਆਂ ਮਿੰਤਾਂ ਕੱਢ ਕੇ ਲਾਈ ਆ। ਤੁਹਾਨੂੰ ਯਾਦ ਹੈ ਇੱਕ ਵਾਰੀ ਵਿਕਰਮ ਮਜੀਠੀਆ ਨਾਲ ਪੰਗਾ ਪਿਆ ਸੀ ਵਿਧਾਨ ਸਭਾ 'ਚ, ਉਹਨਾਂ ਨੇ ਇਹਦੀ ਆਹ ਸ਼ੂਗਰ ਮਿਲ ਦਾ ਰਾਹ ਬੰਦ ਕਰਤਾ ਸੀਗਾ। ਸ਼ਾਮ ਨੂੰ ਸਾਂਢੂ ਇਕੱਠੇ ਹੋ ਗਏ, ਦੋਨਾਂ ਦੀ ਫੋਟੋ ਆ ਗਈ ਸੀਗੀ। ਸੁਲ੍ਹਾ ਹੋ ਗਈ ਜੀ, ਹੁਣ ਸੁਲ੍ਹਾ ਹੋ ਗਈ, ਬਿਕੋਜ਼ ਇਹ ਕਾਰੋਬਾਰੀ ਬੰਦੇ ਨੇ। ਹਰਿਆਣੇ 'ਚ ਵੀ ਡਿਸਟਿਲਰੀ ਇਹਦੀ, ਇਹਨੇ ਪੰਜਾਬ ਦੇ ਲੋਕਾਂ ਦਾ ਲੁੱਟ ਕੇ ਨਾ ਜਾਲੀ ਸ਼ਰਾਬ ਵੇਚੀ ਬਹੁਤ ਜ਼ਿਆਦਾ। ਲੋਕੇ ਮਿੱਲ 'ਚੋਂ ਹਰ ਰੋਜ਼ ਜਦੋਂ ਬੰਦੇ ਮਰੇ ਨਾ, ਲਿਕਰ ਦਾ ਸਕੈਂਡਲ ਹੋਇਆ, ਉਸ ਤੋਂ ਪਹਿਲਾਂ ਰੋਜ਼ ਇਹ 10 ਟਰੱਕ ਝੂਠੇ ਕੱਢਦਾ ਸੀ। 10 ਲੱਖ ਰੁਪਇਆ ਟਰੱਕ ਦਾ ਬਚਦਾ ਐਕਸਾਈਜ਼ ਦੀ ਚੋਰੀ ਦਾ, 1 ਕਰੋੜ ਰੁਪਇਆ ਦਿਹਾੜੀ। ਰਾਣਾ ਗੁਰਜੀਤ, ਇਹਨੂੰ ਕੋਈ ਕੈਪਟਨ ਦੇ ਖਿਲਾਫ ਬੋਲ ਕੇ ਦਿਖਾਵੇ। ਨਹੀਂ ਬੋਲੂਗਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੋਂ 2004 ਵਿੱਚ ਵਨ ਟਾਈਮ ਸੈਟਲਮੈਂਟ ਵਿੱਚ 42 ਕਰੋੜ ਰੁਪਈਆ ਰਾਣਾ ਸ਼ੂਗਰ ਦਾ ਮਾਫ ਕੀਤਾ ਅਮਰਿੰਦਰ ਸਿੰਘ ਨੇ। ਇਹਨੂੰ ਕੋ ਬੋਲ ਕੇ ਤਾਂ ਦਿਖਾਵੇ ਕਿਸੇ ਦੇ ਖਿਲਾਫ। ਤੇ ਇਕੱਲਾ ਜੇ ਨਾ ਬੀਜੇਪੀ ਖਿਲਾਫ ਬੋਲਣਾ, ਨਾ ਅਕਾਲੀਆਂ ਦੇ ਖਿਲਾਫ ਬੋਲਣਾ, ਇਕੱਲਾ ਬਸ ਖਹਿਰਾ ਹੀ ਲੱਭਦਾ ਇਹਨੂੰ। ਜਦੋਂ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਰਹੀ ਹੈ, ਕੱਪੜੇਬਾਜ਼ੀਆਂ ਤਾਂ ਉਦੋਂ ਵੀ ਹੁੰਦੀਆਂ ਰਹੀਆਂ ਸੀ, ਆਪਣੇ ਸਵਾਲ ਜਿਹੜੇ ਕਰਦੇ ਉਹਨਾਂ ਦੇ ਵਿੱਚ ਵੀ ਕਰਪਸ਼ਨ ਸਵਾਲ ਨਾਲ ਵੀ ਐਡ ਹੋ ਜਾਂਦੇ ਉਸ ਤੋਂ ਬਾਅਦ